ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਕਰਨ ਜਾ ਰਹੇ ਹਾਂ ਜੀ ਪੈਡੀ ਦੇ ਕ੍ਰੌਪ 'ਚ ਵੀਡ ਕੰਟਰੋਲ। ਸਭ ਤੋਂ ਪਹਿਲਾਂ ਤਾਂ ਇਹ ਕਹਿੰਦੇ ਵੀ ਪੈਡੀ ਵੀਡਰ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇੱਕ ਮਸ਼ੀਨ ਆ, ਪਹਿਲਾਂ ਤਾਂ 15 ਦਿਨਾਂ ਤੇ ਕਰ ਲਓ ਤੇ ਦੂਜੀ ਵਾਰੀ ਉਹਨੂੰ ਅਗਲੇ 15 ਦਿਨਾਂ ਬਾਅਦ ਫਿਰ ਵਰਤ ਲਓ ਪੈਡੀ ਵੀਡਰ ਨੂੰ, ਠੀਕ ਹੈ। ਜਾਂ ਹੈਂਡ ਵੀਡਿੰਗ ਵੀ ਕੀਤੀ ਜਾ ਸਕਦੀ ਹੈ। ਤੇ ਜੇ ਗੱਲ ਕਰੀਏ ਕੈਮੀਕਲ ਕੰਟਰੋਲ ਦੀ ਤਾਂ ਹਰਬੀਸਾਈਡਸ ਕਿਹੜੇ ਵਰਤੇ ਜਾਣਗੇ, ਇਹਨਾਂ ਨੇ 3 ਤਰ੍ਹਾਂ ਦੇ ਦਿੱਤੇ ਆ: ਪ੍ਰੀ ਇਮਰਜੈਂਸ, ਅਰਲੀ ਪੋਸਟ ਇਮਰਜੈਂਸ ਤੇ ਪੋਸਟ ਇਮਰਜੈਂਸ ਹਰਬੀਸਾਈਡਸ, ਠੀਕ ਹੈ। ਜੇ ਗੱਲ ਕਰੀਏ ਪ੍ਰੀ ਇਮਰਜੈਂਸ ਕਿਹੜੇ ਹੋਣਗੇ, ਜਿਹੜੇ 2 to 3 ਡੇਜ਼ ਆਫ ਟ੍ਰਾਂਸਪਲਾਂਟਿੰਗ ਹੀ ਜਿਹੜੇ ਵਰਤੇ ਜਾਣਗੇ ਉਹ ਹੋਣਗੇ ਪ੍ਰੀ ਇਮਰਜੈਂਸ। ਕਿ ਜਿਵੇਂ ਅੱਜ ਆਪਾਂ ਪਨੀਰੀ ਬੀਜਤੀ, ਇਹ ਤਾਂ ਨਹੀਂ ਕਿ ਆਪਾਂ ਮਤਲਬ ਹੁਣੇ ਵੀਡ ਆ ਜਾਣਗੇ, ਕੁਝ ਸਮਾਂ ਤਾਂ ਲੈਣਗੇ। 2-3 ਦਿਨਾਂ ਤੱਕ ਜਿਹੜੇ ਵੀ ਆਪਾਂ ਕੈਮੀਕਲ ਵਰਤਾਂਗੇ ਉਹ ਪ੍ਰੀ ਇਮਰਜੈਂਸ ਉਹਨਾਂ ਨੂੰ ਕਿਹਾ ਜਾਊਗਾ। ਸੋ ਜਿਹੜੇ ਇਹ ਪ੍ਰੀ ਇਮਰਜੈਂਸ ਆਪਾਂ ਵਰਤਨੇ ਆ, ਇਹਨਾਂ ਦੀ ਆਪਾਂ ਸਪਰੇਅ ਨਹੀਂ ਕਰਨੀ, ਪ੍ਰੀ ਇਮਰਜੈਂਸ ਦੀ। ਇਹਨਾਂ ਨੂੰ ਕਿੱਦਾਂ ਵਰਤਣਾ, 60 ਕਿਲੋ ਸੈਂਡ ਪਰ ਏਕੜ ਦੇ ਹਿਸਾਬ ਨਾਲ ਇਹਨਾਂ ਨੂੰ ਵਰਤਣਾ, ਮਿਕਸ ਕਰਕੇ 60 ਕਿਲੋ ਸੈਂਡ ਦੇ ਨਾਲ, ਤੇ ਸਟੈਂਡਿੰਗ ਵਾਟਰ ਦੇ ਵਿੱਚ ਵਰਤਣਾ। ਅੱਗੇ ਆਪਾਂ ਵੇਖਾਂਗੇ ਕਿ ਜਿਹੜੇ ਤਾਂ ਸਪਰੇਅ ਕਰਨੇ ਆ ਉਹ ਖੜੇ ਪਾਣੀ 'ਚ ਨਹੀਂ ਕਰਨੀਆਂ ਸਪਰੇਆਂ। ਜੇ ਆਪਾਂ ਸਪਰੇਅ ਕਰ ਰਹੇ ਹਾਂ ਤਾਂ ਪਾਣੀ ਖੜਾ ਹੋਣਾ ਨਹੀਂ ਚਾਹੀਦਾ, ਬਟ ਜੇ ਆਪਾਂ ਸੈਂਡ ਮਿਕਸ 60 ਕਿਲੋ ਸੈਂਡ ਨਾਲ ਕਰ ਰਹੇ ਹਾਂ ਹਰਬੀਸਾਈਡ ਨੂੰ, ਤਾਂ ਉਹ ਖੜੇ ਪਾਣੀ 'ਚ ਆਪਾਂ ਉਹਨੂੰ ਵਰਤਣਾ। ਤਾਂ ਟੋਟਲ ਇਹ 1 2 3 4 5 6 ਸਾਲਟ ਹੈਗੇ ਆਪਣੇ, ਠੀਕ ਹੈ। ਜਿਨ੍ਹਾਂ ਵਿੱਚੋਂ ਆ ਜਿਹੜੇ 3 ਹੈ 1 2 3, ਇਹ 2 ਵਾਰੀ ਆਉਂਦੇ ਆ। ਕਿਉਂ 2 ਵਾਰੀ ਆਉਂਦੇ ਆ? ਜਿਵੇਂ ਬੂਟਾ ਕਲੋਰ ਹੈ, ਇਹ 2 ਵਾਰੀ ਆਇਆ, ਬਟ ਬੂਟਾ ਕਲੋਰ 2 ਤਰ੍ਹਾਂ ਦਾ ਹੈ, ਕਹਿੰਦੇ ਵੀ 50 EC ਵੀ ਹੈ ਤੇ 50 EW ਵੀ ਹੈ। ਜਿਹੜਾ ਤਾਂ 50 EC ਹੈ ਉਹਨੂੰ ਤਾਂ ਮੈਂ ਚੀਟ ਕਹਿ ਦਾਂਗੀ, ਜਾਂ ਬਾਕੀ ਜਿਹੜੇ ਦਿਲ ਕਲੋਰ, ਐਕਸਾ ਕਲੋਰ, ਹੈਲਟਾ ਕਲੋਰ, ਕੈਪ ਕਲੋਰ, ਮੈਗਾ, ਮਾਰਕ, ਬੂਟਾ ਜਾਂ ਜੈ ਬੂਟਾ ਕਲੋਰ ਹੈ ਨਾ, ਜਾਂ ਬੂਟਾ ਐਸਿਡ, ਬੂਟ ਐਸਿਡ, ਇਹ ਸਾਰੇ ਤਾਂ 50 EC ਵਾਲੇ ਹੋਣਗੇ ਜਿਹੜੇ ਜ਼ਿਆਦਾ ਨਾਮ ਹੈ ਬੂਟਾ ਕਲੋਰ ਦੇ, ਠੀਕ ਹੈ। ਤੇ ਜਿਹੜਾ ਹੈਗਾ 50 EW ਵਾਲਾ ਉਹ ਇੱਕੋ ਹੀ ਹੈ, ਕਿਹੜਾ? ਫਾਸਟ ਮਿਕਸ। ਇਦਾਂ ਯਾਦ ਰੱਖ ਸਕਦੇ ਵੀ ਜਲਦੀ ਇਹ ਮਿਕਸ ਹੋ ਜਾਂਦਾ ਹੈ ਬੂਟੇ ਨਾਲ, ਤਾਂ ਇਹ ਇਕੱਲਾ ਹੀ ਮਤਲਬ ਇੱਕ ਟ੍ਰੇਨੇਮ ਇਹਦੇ ਵਿੱਚ ਆਊਗਾ, ਠੀਕ ਹੈ। ਫਿਰ ਇਹਦੀ ਮਾਤਰਾ ਕਿੰਨੀ ਵਰਤਣੀ ਹੈ ਜੀ? 1200 ml ਵਰਤਣੀ ਹੈ। ਇਹ ਕਾਦੇ ਅਗੇਂਸਟ ਵਰਤਿਆ ਜਾਣਾ ਚਾਹੀਦਾ? ਤਾਂ ਸਵਾਰਕ ਦੇ ਅਗੇਂਸਟ ਵਰਤਿਆ ਜਾਊਗਾ, ਤੇ ਹੋਰ ਵੀ ਕੁਝ ਵੀਡਸ ਨੂੰ ਇਹ ਕੰਟਰੋਲ ਕਰ ਲੂਗਾ, ਠੀਕ ਹੈ। ਦੋਨਾਂ ਦੀ ਹੀ ਮਾਤਰਾ 1200 ml ਵਰਤਣੀ ਹੈ। ਇਹ ਸੇਮ ਮਾਤਰਾ ਕਿਉਂ ਆ? ਟ੍ਰੇਡ ਨੇਮ ਤਾਂ ਡਿਫਰੈਂਟ ਆ, ਕਿਉਂਕਿ ਇੱਥੇ ਤਾਂ 50 ਹੀ ਹੈ ਨਾ, ਇੱਥੇ EC ਹੋਵੇ ਚਾਹੇ EW ਹੋਵੇ, ਬਟ ਆਹ ਤਾਂ 50 ਹੀ ਹੈ ਨਾ ਇਹਦੀ ਕੰਸਨਟ੍ਰੇਸ਼ਨ, ਤਾਂ ਇਸ ਕਰਕੇ ਇਹਦੀ ਮਾਤਰਾ ਸੇਮ ਹੈ ਕੋਈ ਵੀ ਟ੍ਰੇਡ ਨੇਮ ਹੋਵੇ। ਜਦ ਕਿ ਆਪਾਂ ਅੱਗੇ ਵੇਖਾਂਗੇ ਅਨੀਲੋਫੋਜ਼ ਆ ਜਿਹੜਾ 2 ਵਾਰੀ ਆਉਂਦਾ, ਜਾਂ ਪ੍ਰੈਟੀਲਾ ਕਲੋਰ 2 ਵਾਰੀ ਆਉਂਦਾ। ਇਹਨਾਂ ਦੀ ਮਾਤਰਾ ਦੇਖੋ ਵੇਰੀ ਕਰ ਰਹੀ ਹੈ, 850 500 ਆ ਜਾਂ 600 750 ਆ, ਠੀਕ ਹੈ। ਸਭ ਤੋਂ ਪਹਿਲਾਂ ਤਾਂ ਕਹਿੰਦੇ ਵੀ ਜੇ ਕਣਕੀ ਨੂੰ ਕੰਟਰੋਲ ਕਰਨਾ, ਕਣਕੀ ਨੂੰ ਕੰਟਰੋਲ ਕਰਨ ਲਈ ਆਪਾਂ ਅਨੀਲੋਫੋਸ ਵਰਤਾਂਗੇ, ਠੀਕ ਹੈ। ਤੇ ਜਿਹੜਾ ਤਾਂ 18 EC ਆ, 18 EC, ਇੱਥੇ ਦੇਖੋ ਐਰੋਜ਼ਨ ਦੋਨਾਂ 'ਚ ਹੀ ਨਾਮ ਆ ਰਿਹਾ, ਇੱਥੇ ਨਾਮ ਦਾ ਜ਼ਿਆਦਾ ਫਰਕ ਨਹੀਂ, ਠੀਕ ਹੈ। ਐਰੋਜ਼ਨ 18 EC ਵਾਲਾ ਵੀ ਹੈਗਾ ਤੇ 30 EC ਵਾਲਾ ਵੀ ਹੈਗਾ। ਤੇ 30 EC ਵਾਲੇ ਹੋਰ ਵੀ ਕਈ ਸਾਲਟ, ਜਿਵੇਂ ਹੋਰ ਵੀ ਕਈ ਟ੍ਰੇਡ ਨੇਮ ਹੈ, ਜਿਵੇਂ ਅਨੀਲੋਗਾਰਡ, ਲਿਬਰਾ, ਕੰਟਰੋਲ H30 ਤੇ ਮਾਰਕ, ਅਨਿਲ, ਜੈਫੋਜ਼, ਪੈਡੀਗਾਰਡ ਐਟਸੈਟਰਾ, ਠੀਕ ਹੈ। ਤਾਂ ਜਿਹੜਾ ਤਾਂ 18 EC ਵਾਲਾ, ਉਹਨੂੰ ਤਾਂ ਆਪਾਂ 18 ਦੇ ਪਿੱਛੇ 8 ਆਉਂਦਾ, ਤੇ 8 ਤੋਂ ਯਾਦ ਰੱਖ ਲਓ ਵੀ 850 ml ਆਪਾਂ ਇਹਨੂੰ ਵਰਤਾਂਗੇ, ਠੀਕ ਹੈ। ਤੇ ਇਹ ਹੁਣ 18 ਕੀ ਹੈ, 30 ਤੋਂ ਘੱਟ ਸੀ, ਤਾਂ ਜੇ ਕੰਸਨਟ੍ਰੇਸ਼ਨ ਘੱਟ ਸੀ ਇਹਦੀ ਤਾਂ ਜ਼ਿਆਦਾ ਵਰਤਿਆ ਗਿਆ, ਤੇ ਜੇ ਕੰਸਨਟ੍ਰੇਸ਼ਨ ਵੱਧ ਗਈ ਤਾਂ ਇਹਨੂੰ ਘੱਟ ਮਾਤਰਾ 'ਚ ਵਰਤਣ ਦੀ ਲੋੜ ਪਊਗੀ ਆਪਾਂ ਨੂੰ, ਮਤਲਬ 500 ml ਸਿਰਫ, ਠੀਕ ਹੈ। ਇਸੇ ਤਰ੍ਹਾਂ ਅੱਗੇ ਗੱਲ ਕਰੀਏ ਪੈਂਟੀਮਿਥਾਲਿਨ ਦੀ, ਸਟੋਮ 30 EC, ਇਹ ਤਾਂ ਕਾਫੀ ਕਾਮਨ ਆਪਾਂ ਨੂੰ ਪਤਾ ਪ੍ਰੀ ਇਮਰਜੈਂਸ ਦੇ ਲਈ, ਪ੍ਰੀ ਇਮਰਜੈਂਸ ਹਰਬੀਸਾਈਡ, ਠੀਕ ਹੈ। ਇਹ ਵੀ 1000 ਤੋਂ 1200 ml ਤੱਕ ਵਰਤਿਆ ਜਾ ਸਕਦਾ। 2 ਡੋਜ਼ਿਸ ਇਹਦੀਆਂ ਦਿੱਤੀਆਂ। ਉਹ ਕਿਉਂ ਦਿੱਤੀਆਂ? ਕਹਿੰਦੇ ਜੇ ਤਾਂ ਤੁਹਾਡੀ ਮਿੱਟੀ ਹਲਕੀ ਹੈ, ਲਾਈਟ ਹੈ, ਠੀਕ ਹੈ, ਫਿਰ ਤਾਂ 1000 ml ਹੀ ਵਰਤੋ। ਜੇ ਹੈਵੀ ਹੈ ਮਿੱਟੀ ਤੇ ਫਿਰ ਜ਼ਿਆਦਾ ਡੋਜ਼ ਵਰਤੋ, ਉਹਦੀ 1200 ml ਤੱਕ ਵਰਤ ਲਓ। ਅੱਗੇ ਗੱਲ ਕਰਦੇ ਹਾਂ ਆਪਾਂ ਪ੍ਰੈਟੀਲਾ ਕਲੋਰ ਦੀ। ਪ੍ਰੈਟੀਲਾ ਕਲੋਰ ਦੇਖੋ 2 ਤਰ੍ਹਾਂ ਦੇ ਟ੍ਰੇਡ ਨੇਮਸ 'ਚ ਆ ਰਿਹਾ, ਤੇ ਇਹਦੀ ਕੰਸਨਟ੍ਰੇਸ਼ਨ ਦਾ ਵੀ ਫਰਕ ਹੈ। ਇੱਕ ਤਾਂ 50 EC 'ਚ ਆ ਰਿਹਾ ਜਾਂ 37 EW 'ਚ ਆ ਰਿਹਾ। 50 EC ਵਾਲਾ ਤਾਂ ਕੱਲਾ ਰਿਫਿਟ ਹੈ, ਤੇ 37 EW ਵਾਲਾ ਰਿਫਿਟ ਪਲੱਸ ਹੈ, ਕੱਲਾ ਰਿਫਿਟ ਤੇ ਰਿਫਿਟ ਪਲੱਸ, ਠੀਕ ਹੈ। ਇਹਨਾਂ ਦਾ ਵੀ ਮਾਤਰਾ ਦਾ ਉਦਾਂ ਹੀ ਫਰਕ ਹੈ, ਜਿਵੇਂ 50 37 ਤੋਂ ਜ਼ਿਆਦਾ ਹੈ ਤਾਂ ਜੇ ਕੰਸਨਟ੍ਰੇਸ਼ਨ ਜ਼ਿਆਦਾ ਹੈ ਤਾਂ ਘੱਟ ਵਰਤਿਆ ਜਾ ਰਿਹਾ, 600 ml ਵਰਤਿਆ ਜਾ ਰਿਹਾ, ਤੇ ਜੇ ਕੰਸਨਟ੍ਰੇਸ਼ਨ ਘੱਟ ਹੈ ਮਤਲਬ 37 EW ਹੈ ਤਾਂ ਫਿਰ ਇਹ ਜ਼ਿਆਦਾ ਵਰਤਿਆ ਜਾ ਰਿਹਾ, 750 ml ਵਰਤਿਆ ਜਾ ਰਿਹਾ ਪ੍ਰੈਟੀਲਾ ਕਲੋਰ, ਠੀਕ ਹੈ। ਇਹਦੇ ਬਾਕੀ ਦੇ ਨੇਮ ਕੀ ਹੈ? ਇਰੇਜ਼ ਵੀ ਇਹਦਾ ਦੂਜਾ ਨਾਮ ਹੈ ਰਿਫਿਟ ਦਾ, ਠੀਕ ਹੈ। ਮਾਰਕ ਪ੍ਰੈਟੀਲਾ, ਰਿਵੈਂਜ ਤੇ ਮਿਫ ਪ੍ਰੈਟੀਲਾ ਤੇ ਸੋਕੂਸਾਈ, ਇਹ ਸਾਰੇ ਇਹਦੇ ਨੇਮਸ ਆ। ਅੱਗੇ ਗੱਲ ਕਰੀਏ ਸਾਥੀ ਜਾਂ 60, ਇਹਦਾ ਪਤਾ ਨਹੀਂ ਇਹਨੂੰ ਪੰਜਾਬੀ 'ਚ ਕਿੱਦਾਂ ਇਹਨੂੰ ਪ੍ਰੋਨਾਊਂਸ ਕਰਦੇ ਹੋਣਗੇ, ਬਟ ਯਾਦ ਰੱਖਣ ਲਈ ਆਪਾਂ ਜੇ ਇਹਨੂੰ 60 ਪ੍ਰੋਨਾਊਂਸ ਕਰੀਏ ਤਾਂ ਯਾਦ ਰਹਿ ਜਾਊਗਾ ਵੀ ਇਹਦੀ ਡੋਜ਼ ਆ ਜਿਹੜੀ ਉਹ 60 ਗ੍ਰਾਮ। 60 ਦੀ ਡੋਜ਼ ਕਿੰਨੀ ਹੈ? 60 ਗ੍ਰਾਮ। ਤੇ ਇਹਦੇ ਵਿੱਚ ਸਾਲਟ ਕਿਹੜਾ ਹੈ? ਪਾਇਰੈਜ਼ੋ ਸਲਫਿਊਰਨ ਇਥਾਈਲ, ਪਾਇਰੈਜ਼ੋ ਸਲਫਿਊਰਨ ਇਥਾਈਲ, ਠੀਕ ਹੈ।
6ਵਾਂ ਤੇ ਲਾਸਟ ਵਨ ਕਿਹੜਾ ਆਪਣਾ ਟੌਪ ਸਟਾਰ। ਠੀਕ ਹੈ, ਟੌਪ ਸਟਾਰ ਦੀ ਡੋਜ਼ ਕਿੰਨੀ ਪਊਗੀ 45 ਗ੍ਰਾਮ, ਜਿਹੜੀ ਹੁਣ ਤੱਕ ਦੀ ਸਭ ਤੋਂ ਘੱਟ ਹੈ। ਆਪਾਂ ਦੇਖਿਆ ਕਿ ਉੱਪਰ ਸਾਰੇ ml ਵਾਲੇ ਸੀਗੇ ਹਨਾ, 4 ਜਿਹੜੇ ਆਪਣੇ ਸਾਲਟ ਆਏ ਸੀ, ਬਟ ਜਿਹੜੇ ਇਹ ਆਏ ਆ ਥੋੜੇ ਜਿਹੇ ਡਿਫਰੈਂਟ ਨੇਮਸ ਵਾਲੇ, ਪੈਰਾਜ਼ੋ ਸਲਫਿਊਰਨ ਇਥਾਈਲ ਤੇ ਆਕਸਾ ਡਾਈ ਐਰਗਾਈਲ, ਇਹ ਗ੍ਰਾਮ ਚ ਆਏ ਆ, ਮਤਲਬ ਇਹ ਸੋਲਿਡਸ ਆ, ਵੈਟੇਬਲ ਪਾਊਡਰਸ ਆ ਇਹ। ਠੀਕ ਹੈ, ਸੋ ਟੌਪ ਸਟਾਰ ਦਾ ਆਪਾਂ ਧਿਆਨ ਦੇਣਾ ਕਿ ਇਹਦਾ ਸਾਲਟ ਕੀ ਹੈ ਵਿੱਚ, ਆਕਸਾ ਡਾਈ ਐਰਗਾਈਲ, ਆਕਸਾ ਡਾਈ ਐਰਗਾਈਲ। ਫਿਰ ਇਹ ਕਹਿੰਦੇ ਵੀ ਗਲਵਜ਼ ਯੂਜ਼ ਕੀਤੇ ਬਿਨਾ, ਹਰਬੀਸਾਈਡਸ ਨੂੰ ਨਾ ਵਰਤੋ, ਗਲਵਜ਼ ਚੜਾਏ ਬਿਨਾ। ਤਾਂ ਅੱਗੇ ਆਪਾਂ ਆਉਣੇ ਆ ਅਰਲੀ ਪੋਸਟ ਇਮਰਜੈਂਸ ਤੇ। ਹੁਣ ਆਪਾਂ ਇਹ ਸਾਰੇ ਇਦਾਂ ਵੇਖਾਂਗੇ। ਇਹ ਵੇਖਣ ਤੋਂ ਪਹਿਲਾਂ ਆਪਾਂ ਪਹਿਲਾਂ ਇਹ ਦੇਖ ਲਈਏ ਵੀ ਇਹਨਾਂ ਦੇ ਨਾ ਜਿਹੜੇ ਆਪਾਂ ਵੀਡਸ ਪੜ੍ਹੇ ਆ, ਇਹਨਾਂ ਦੇ ਆਪਾਂ ਮੋਟਾ ਦੇਖ ਲਈਏ ਨਾਮ ਕੀ ਹੈ। ਜਿਵੇਂ ਆਪਾਂ ਸਵਾਂਕ ਦੀ ਗੱਲ ਕੀਤੀ, ਇੱਕ ਸਵਾਂਕ ਹੁੰਦਾ ਤੇ ਇੱਕ ਉਹਦਾ ਫੀਮੇਲ ਸਵਾਂਕੀ, ਉਹਦਾ ਫੀਮੇਲ ਨਹੀਂ ਹੁੰਦਾ, ਮਤਲਬ ਵੈਸੇ ਹੀ ਸਵਾਂਕ ਦੀ ਹੀ ਕਿਸਮ 'ਚ ਆ, ਬਟ ਉਹਦਾ ਨਾਮ ਸਵਾਂਕੀ ਹੈ। ਠੀਕ ਹੈ, ਤਾਂ ਇਹਦਾ ਕੀ ਹੈ ਬੋਟੈਨੀਕਲ ਸਾਇੰਟੀਫਿਕ ਨੇਮ ਐਕਿਨੋਕਲੋਆ ਕ੍ਰਸਗਲੀ, ਤੇ ਸਵਾਂਕੀ ਨੂੰ ਕੀ ਕਹਿੰਦੇ ਆ ਐਕਿਨੋਕਲੋਆ ਕਲੋਨਮ। ਬਾਰਨਯਾਰਡ ਗ੍ਰਾਸ ਹੈ ਜਿਹੜਾ, ਉਹਦਾ ਕ੍ਰਸਗਲੀ ਹੈ। ਠੀਕ ਹੈ, ਤੇ ਜਿਹੜੀ ਵਾਈਲਡ ਰਾਈਸ ਹੈ ਉਹ ਕੋਲੋਨਮ ਹੈ। ਆਪਾਂ ਇਦਾਂ ਯਾਦ ਰੱਖ ਸਕਦੇ ਹਾਂ, ਵਾਈਲਡ ਮਤਲਬ ਵਾਈਲਡ ਲੋਕਾਂ ਨੇ ਕਲੋਨੀਆਂ ਬਣਾ ਲੀਆਂ। ਠੀਕ ਹੈ, ਸੋ ਵਾਈਲਡ ਰਾਈਸ ਹੈ ਜਿਹੜੀ ਉਹ ਐਕਿਨੋਕਲੋਆ ਕੋਲੋਨਮ ਹੈ। ਇਹ ਸਭ ਤੋਂ ਇੰਪੋਰਟੈਂਟ ਵੀਡ ਹੈ ਸਵਾਂਗ ਰਾਈਸ ਦਾ। ਤੇ ਦੂਜੇ ਨੰਬਰ ਤੇ ਆਉਂਦੇ ਆ ਮੋਥਾਜ਼, ਜਿਨ੍ਹਾਂ ਨੂੰ ਡਿੱਲੇ ਵੀ ਕਹਿ ਦਿੱਤਾ ਜਾਂਦਾ ਹਨਾ, ਜਿਨ੍ਹਾਂ ਨੂੰ ਸੈਜਸ ਵੀ ਕਹਿ ਦਿੱਤਾ ਜਾਂਦਾ। ਇਹ ਵੀ ਮੋਸਟ ਇੰਪੋਰਟੈਂਟ ਹੈ ਰਾਈਸ ਦੇ ਵੀਡਸ ਦੇ ਵਿੱਚ। ਠੀਕ ਹੈ, ਇਹ ਕਿਹੜੇ ਹੋਣਗੇ ਸਾਈਪਰਸ ਵਾਲੇ ਸਾਰੇ ਸੈਜਸ ਹੋਣਗੇ, ਤੇ ਸਾਈਪਰਸ ਰੋਟੰਡਸ ਆ ਜਿਹੜਾ ਇਹ ਮੋਥਾ ਆ ਜਾਊਗਾ ਹਨਾ, ਸਾਈਪਰਸ ਰੋਟੰਡਸ ਜਾਂ ਸਾਈਪਰਸ ਆਇਰੀਆ ਜਾਂ ਡਾਈਫਾਰਮਿਸ, ਤੇ ਸਾਈਪਰਸ ਕੰਪਰੈਸਰਸ ਆ ਜਿਹੜੀ ਇਹਨੂੰ ਮੋਥੀ ਕਹਿ ਦਿੰਦੇ ਆ। ਫਿਰ ਗੱਲ ਕਰੀਏ ਕਣਕੀ ਦੀ, ਆਪਾਂ ਹੁਣੇ ਪੜ੍ਹ ਕੇ ਆਏ ਆ ਕਣਕੀ ਦਾ ਕੀ ਕੰਟਰੋਲ ਸੀ, ਇੱਕੋ ਹੀ ਕੈਮੀਕਲ ਇਹਨਾਂ ਨੇ ਦੱਸਿਆ ਸੀ ਅਨੀਲੋਫੋਜ਼। ਅਨੀਲੋਫੋਜ਼ ਕਣਕੀ ਦੇ ਅਗੇਂਸਟ ਵਰਤਿਆ ਜਾਣਾ ਹੈ ਨਾ, ਵੱਖੋ 2 ਤਰ੍ਹਾਂ ਦੇ ਸਾਲਟਸ, 2 ਤਰ੍ਹਾਂ ਦੀ ਟ੍ਰੇਡ ਨੇਮਸ ਵਿੱਚ ਤੇ 2 ਤਰ੍ਹਾਂ ਦੀ ਕੰਸੈਂਟ੍ਰੇਸ਼ਨ ਦੇ ਵਿੱਚ, 18 EC ਤੇ 30 EC ਚ ਹਨਾ। ਤਾਂ ਕਣਕੀ ਦਾ ਜੇ ਆਪਾਂ ਨੂੰ ਕੰਟਰੋਲ ਪੁੱਛਣ ਤਾਂ ਇਹ ਸਿਰਫ ਇੱਕੋ ਹੀ ਆਨਸਰ ਹੋਊਗਾ, ਕਨਫਿਊਜ਼ ਨਹੀਂ ਹੋਣਾ ਆਪਾਂ, ਅਨੀਲੋਫੋਜ਼। ਠੀਕ ਹੈ, ਤੇ ਕਣਕੀ ਦਾ ਨਾਮ ਕੀ ਹੈ ਐਸਚਾਈਮਮ ਰੂਗੋਸਮ, ਐਸਚਾਈਮਮ ਰੂਗੋਸਮ। ਇਦਾਂ ਯਾਦ ਰੱਖ ਲਓ ਵੀ ਕਣਕ ਦੀ ਰੁੱਗ ਭਰ ਕੇ ਰਾਈਸ 'ਚ ਸਿੱਟਤੀ ਤਾਂ ਉੱਥੇ ਜਾ ਕੇ ਉਹ ਵੀਡ ਬਣ ਗਿਆ ਰੂਗੋਸਮ। ਠੀਕ ਹੈ, ਐਸਚਾਈਮਮ ਰੂਗੋਸਮ। ਅੱਗੇ ਆ ਗਿਆ ਸੰਨੀ ਵੀਡ ਵੀ ਆਪਾਂ ਅੱਗੇ ਪੜਾਂਗੇ, ਤੇ ਉਹਦਾ ਬੋਟੈਨੀਕਲ ਨੇਮ ਕੀ ਹੈ ਸਫਿਨੋਕਲੀਆ ਜ਼ੀਲਾਨਿਕਾ, ਸਫਿਨੋਕਲੀਆ ਜ਼ੀਲਾਨਿਕਾ। ਤੇ ਕਰਿੱਲਾ ਜਾਂ ਸਿਜ਼ੂਲੀਆ, ਉਹਦਾ ਨਾਮ ਕੀ ਹੈ ਸਿਜ਼ੂਲੀਆ ਐਕਸਿਲਾਰਿਸ। ਇਹ ਸਾਰੇ ਵੈਸੇ ਆਪਾਂ ਬੋਟੈਨੀਕਲ ਨੇਮਸ ਜਾਂ ਤਾਂ ਇਟੈਲਿਕਸ 'ਚ ਲਿਖਦੇ ਆ ਤੇ ਜਾਂ ਇਹਨਾਂ ਨੂੰ ਅੰਡਰਲਾਈਨ ਕਰਦੇ ਆ ਆਪਾਂ। ਇੱਥੇ ਮੈਂ ਨਹੀਂ ਕੀਤਾ ਤਾਂ ਕਿ ਜ਼ਿਆਦਾ ਭੀੜਾ ਨਾ ਲੱਗੇ। ਸੋ ਹੁਣ ਆਪਾਂ ਗੱਲ ਕਰਦੇ ਆ ਅਰਲੀ ਪੋਸਟ ਇਮਰਜੈਂਸ ਤੇ ਜਾਂ ਪੋਸਟ ਇਮਰਜੈਂਸ ਕੰਟਰੋਲ ਦੀ। ਆਪਾਂ ਇੱਥੇ ਦੇਖ ਲੈਂਦੇ ਆ ਅਰਲੀ ਪੋਸਟ ਇਮਰਜੈਂਸ ਹੈ ਜਿਹੜਾ ਉਹ ਕਦੋਂ ਹੋਊਗਾ। ਜਿਵੇਂ ਆਪਾਂ ਪ੍ਰੀ ਇਮਰਜੈਂਸ ਦੀ ਗੱਲ ਕੀਤੀ ਸੀ, ਪ੍ਰੀ ਇਮਰਜੈਂਸ ਦੀ ਹਨਾ, ਉਹ ਤਾਂ ਆਪਾਂ 2-3 ਦਿਨ ਤੇ ਹੀ ਲਾ ਦਿੰਦੇ ਸੀ ਉਹ ਵਾਲੇ ਵੀਡੀਸਾਈਡ ਤਾਂ, ਬਟ ਅਰਲੀ ਪੋਸਟ ਇਮਰਜੈਂਸ ਹੋਊਗਾ 10 ਤੋਂ 12 ਦਿਨਾਂ ਤੇ। ਅਰਲੀ ਪੋਸਟ ਇਮਰਜੈਂਸ ਜਦੋਂ ਹਜੇ ਤਾਜ਼ੇ ਹੀ ਵੀਡਸ ਬਾਹਰ ਆਏ ਆ। ਠੀਕ ਹੈ, ਉਹਦੇ ਲਈ ਸਿਰਫ ਇਹਨਾਂ ਨੇ ਇੱਕੋ ਕੈਮੀਕਲ ਆਪਾਂ ਨੂੰ ਰਿਕਮੈਂਡ ਕੀਤਾ, ਉਹ ਹੈਗਾ ਹੈ ਗ੍ਰੇਨਾਈਟ। ਗ੍ਰੇਨਾਈਟ ਉਹਦਾ ਟ੍ਰੇਡ ਨੇਮ ਹੈ ਤੇ ਪਿਨੌਕਸਸੁਲਾਮ ਉਹਦਾ ਸਾਲਟ ਹੈ। ਠੀਕ ਹੈ, ਗ੍ਰੇਨਾਈਟ ਤੇ ਪਿਨੌਕਸਸੁਲਾਮ। ਇਹਦੀ ਮਾਤਰਾ ਕਿੰਨੀ ਵਰਤਣੀ ਹੈ 40 ml, ਸਭ ਤੋਂ ਘੱਟ ਹੈ ਹੁਣ ਤੱਕ ਦੀ ਹਨਾ ਮਿਲੀਲੀਟਰ ਦੇ ਵਿੱਚ, ਤੇ ਸਿਰਫ 40। ਠੀਕ ਹੈ, ਇਹ ਕਾਦੇ ਅਗੇਂਸਟ ਇਫੈਕਟਿਵ ਹੋਊਗਾ, ਸਵਾਂਕ ਹੋਏ, ਪੈਡੀਮੋਥਾਸ ਹੋਏ ਜਿਹੜੇ ਆਪਾਂ ਵੇਖ ਕੇ ਆਏ ਸਾਈਪਰਸ ਵਾਲੇ ਹਨਾ, ਤੇ ਜਾਂ ਜਿਹੜੇ ਕੋਈ ਬ੍ਰੌਡ ਲੀਫ ਵੀਡਸ ਹੈਗੇ ਆ। ਠੀਕ ਹੈ, ਬ੍ਰੌਡ ਲੀਫ ਵੀਡਸ ਜਿੱਦਾਂ ਕਿ ਕਰਿੱਲਾ ਸੰਨੀ ਵਗੈਰਾ ਹਨਾ, ਇਹ ਬ੍ਰੌਡ ਲੀਫ ਵੀਡਸ ਆ। ਤਾਂ ਜੇ ਅਰਲੀ ਪੋਸਟ ਇਮਰਜੈਂਸ ਤੇ ਆਪਾਂ ਗੱਲ ਕਰੀਏ ਤਾਂ ਸਿਰਫ ਗ੍ਰੇਨਾਈਟ ਵਰਤਿਆ ਜਾਊਗਾ। ਅੱਗੇ ਆਉਣਾ ਪੋਸਟ ਇਮਰਜੈਂਸ ਤੇ। ਪੋਸਟ ਇਮਰਜੈਂਸ ਮਤਲਬ ਇਹ ਤੋਂ ਦੁੱਗਣਾ ਸਮਾਂ, 10 ਦਾ ਦੁੱਗਣਾ ਕਿੰਨਾ ਹੋਊਗਾ 20। ਹੁਣ ਬਈ ਤਾਜ਼ੇ ਨਹੀਂ ਰਹੇ ਵੀਡਸ, ਹੁਣ ਵੱਡੇ ਹੋ ਗਏ, ਹੁਣ ਬੱਚੇ ਨਹੀਂ ਰਹੇ। ਠੀਕ ਹੈ, ਹੁਣ ਇੱਥੇ ਆਪਾਂ ਕਿਸ ਤਰ੍ਹਾਂ ਦੀਆਂ ਸਪਰੇਜ਼ ਕਰਨੀਆਂ, ਜਾਂ ਤਾਂ ਬਿਸਪਾਇਰੀ ਬੈਕ ਕਰਾਂਗੇ ਤੇ ਜਾਂ ਫਿਨੋਕਸਾਪ੍ਰੋਪ। ਠੀਕ ਹੈ, ਬਿਸਪਾਇਰੀ ਬੈਕ ਆਪਾਂ ਪਹਿਲਾਂ ਵੀ ਪੜਿਆ, ਇਹਦਾ ਟ੍ਰੇਡ ਨੇਮ ਹੈਗਾ ਨੋਮਿਨੀ ਗੋਲਡ ਜਾਂ ਤਾਰਕ ਜਾਂ ਮਾਚੋ ਆਪਾਂ ਪੜਿਆ ਸੀ ਹਨਾ, ਤੇ ਇਹ 100 ml ਹੀ ਜ਼ਿਆਦਾਤਰ ਵਰਤਿਆ ਜਾਂਦਾ। ਇਹ ਕਾਦੇ ਅਗੇਂਸਟ ਵਰਤਿਆ ਜਾਊਗਾ, ਉਹੀ ਜਿਹੜੇ ਸਭ ਤੋਂ ਮੇਜਰ ਵੀਡਸ ਆ ਸਵਾਂਕ ਤੇ ਪੈਡੀਮੋਥਾਸ। ਠੀਕ ਹੈ, ਫਿਰ ਆਪਾਂ ਫਿਨੋਕਸਾਪ੍ਰੋਪ ਵੀ ਵਰਤ ਸਕਦੇ ਹਾਂ, ਜਿਹੜਾ ਕਹਿੰਦੇ ਵੀ ਸਟਾਰ ਆ। ਸਟਾਰ ਕਿਉਂ ਆ ਵੀ ਇਹ ਚੀਨੀਆਂ ਨੂੰ ਕੰਟਰੋਲ ਕਰ ਲੈਂਦਾ। ਠੀਕ ਹੈ, ਰਾਈਸ ਸਟਾਰ ਚੀਨੀ ਘਾਹ ਨੂੰ ਠੀਕ ਹੈ ਕੰਟਰੋਲ ਕਰ ਲੈਂਦਾ, ਤੇ ਨਾਲ ਹੀ ਕਣਕੀ ਨੂੰ ਵੀ ਕੰਟਰੋਲ ਕਰ ਲੈਂਦਾ। ਪਹਿਲਾਂ ਆਪਾਂ ਕਣਕੀ ਦਾ ਅਨੀਲੋਫੋਸ ਪੜਿਆ ਸੀ ਹਨਾ, ਆਪਾਂ ਕਿਹਾ ਸੀ ਵੀ ਇਹ ਇਕੱਲਾ ਹੀ ਆ, ਬਟ ਇਹ ਇਕੱਲਾ ਪ੍ਰੀ ਇਮਰਜੈਂਸ ਦੇ ਵਿੱਚ ਆ, ਪ੍ਰੀ ਦੇ ਵਿੱਚ। ਠੀਕ ਹੈ, ਜੇ ਆਪਾਂ ਨੂੰ ਪੁੱਛੇ ਵੀ ਜੇ ਪੋਸਟ ਇਮਰਜੈਂਸ ਆ, ਪੋਸਟ ਇਮਰਜੈਂਸ 'ਚ ਜਿਹੜਾ ਕਣਕੀ ਦਾ ਕੰਟਰੋਲ ਕੀ ਆ,
ਤਾਂ ਆਪਾਂ ਕਵਾਂਗੇ ਭਾਈ ਫਿਨੋਕਸਾਪ੍ਰੋਪ ਸਟਾਰ, ਰਾਈਸ ਸਟਾਰ। ਠੀਕ ਹੈ, ਇਦਾਂ ਹੀ ਲੈਪਟੋਚਲੋਆ ਚਾਨੈਂਸਿਸ ਚੀਨੀਗਾ ਦਾ ਨਾਮ ਆ, ਉਹਨੂੰ ਵੀ ਆਪਾਂ ਫਿਨੋਕਸਾਪ੍ਰੋਪ ਜਾਂ ਰਾਈਸ ਸਟਾਰ ਦੇ ਨਾਲ ਕੰਟਰੋਲ ਕਰ ਸਕਦੇ ਹਾਂ। ਤੇ ਇਹਦਾ ਵੀ ਫਿਰ ਮਤਲਬ ਇੱਕੋ ਹੀ ਕੰਟਰੋਲ ਹੋਇਆ ਚੀਨੀਗਾ ਦਾ ਰਾਈਸ ਸਟਾਰ। ਠੀਕ ਹੈ, ਇਹ ਕਿੰਨੀ ਮਾਤਰਾ 'ਚ 400 ml ਦੇ ਵਿੱਚ। ਹੁਣ ਆਪਾਂ ਗੱਲ ਕਰਦੇ ਹਾਂ ਵੀ 20 ਡੇਜ਼ ਆਫ ਟ੍ਰਾਂਸਪਲਾਂਟਿੰਗ ਤੇ ਇਹਨਾਂ ਨੇ ਕੁਝ ਹੋਰ ਕੈਮੀਕਲਸ ਵੀ ਦਿੱਤੇ ਆ। ਕਹਿੰਦੇ ਜੇ ਸੈਜਿਸ ਆ ਜਿਹੜੇ ਕਿ ਪੈਡੀ ਮੂਥਾਸ ਹੁੰਦੇ ਆ, ਜਿਵੇਂ ਛਤਰੀ ਵਾਲਾ ਡਿੱਲਾ ਹੋਇਆ ਜਾਂ ਗੰਢੀ ਵਾਲਾ ਮੂਥਾ ਹੋਇਆ ਹੈ ਨਾ, ਜਾਂ ਬ੍ਰੌਡ ਲੀਫ ਵੀਡਸ ਆ ਜਿੱਦਾਂ ਘਰਿੱਲਾ ਹੋਇਆ ਜਾਂ ਸੰਨੀ ਹੋਇਆ, ਫਿਰ ਆਪਾਂ ਕੀ ਕਰਨਾ, ਜੇ 20 ਦਿਨਾਂ ਤੇ ਆਪਾਂ ਵਰਤਣਾ ਐਗਜ਼ੈਕਟ ਟ੍ਰਾਂਸਪਲਾਂਟਿੰਗ ਦੇ, ਫਿਰ ਇਹਨਾਂ ਨੇ ਆ ਹੋਰ ਕੈਮੀਕਲਸ ਦਿੱਤੇ ਆ। ਕਿਹੜੇ ਕਿਹੜੇ? ਐਲਮਿਕਸ ਟ੍ਰੇਡ ਨੇਮ ਦੀ ਕਿਹੜੇ ਕੈਮੀਕਲ ਆ? ਮੈਟਸਲਫਿਊਰਨ ਮਿਥਾਈਲ ਪਲੱਸ ਕਲੋਰੀਮਿਊਰਨ ਇਥਾਈਲ। ਇਹ ਜ਼ਿਆਦਾਤਰ ਹੈ ਨਾ ਜਿਹੜੇ ਇਹ ਸਲਫਿਊਰਨ ਆਉਂਦਾ ਇਹਨਾਂ ਸਾਰਿਆਂ ਦੇ ਪਿੱਛੇ ਸਲਫਿਊਰਨ। ਠੀਕ ਹੈ, ਅੱਗੋਂ ਮੈਂ ਸਲਫਿਊਰਨ ਦੇ ਅੱਗੇ ਕੀ ਲਾਉਣਾ ਆਪਾਂ, ਉਹ ਮੈਂ ਹਾਈਲਾਈਟ ਕੀਤਾ ਹੋਇਆ ਮੈਟ ਅਜ਼ੀਮ, ਫਿਰ ਮੈਟ ਬੈਨ ਜਾਂ ਇਥੋਕਸੀ। ਹੁਣ ਮੈਟ ਜੇ ਤਾਂ ਇਕੱਲਾ ਆ ਰਿਹਾ ਫਿਰ ਤਾਂ ਉਹ ਅਲ ਗ੍ਰਿਪ ਬਣ ਜਾਊਗਾ, ਇਕੱਲੇ ਬੰਦੇ ਨੇ ਗ੍ਰਿਪ ਬਣਾ ਲਈ। ਠੀਕ ਹੈ, ਮੈਟ ਸਲਫਿਊਰਨ। ਤੇ ਮੈਟ ਦੇ ਵਿੱਚ ਆ ਕਿੰਨੇ ਆ ਲੈਟਰਸ? 1 2 3, ਤਾਂ ਇਹ 3 ਦੇ ਪਿੱਛੇ 0 ਲਾ ਦਿਓ, 30 ਗ੍ਰਾਮ ਇਹ ਵਰਤਿਆ ਜਾਊਗਾ। ਠੀਕ ਹੈ, ਤੇ ਮੈਟ ਸਲਫਿਊਰਨ ਮਿਥਾਈਲ ਜੇ ਇਹ ਕਲੋਰੀਮਿਊਰਨ ਇਥਾਈਲ ਦੇ ਨਾਲ ਆ ਗਿਆ ਫਿਰ ਇਹ ਆਲ ਗ੍ਰਿਪ ਨਹੀਂ ਰਿਹਾ, ਫਿਰ ਇਹ ਕੀ ਹੋ ਗਿਆ? ਆਲ ਮਿਕਸ ਹੋ ਗਿਆ। ਹੁਣ ਮਿਕਸ ਕਰਾਂਗੇ, ਜੇ ਆਪਾਂ ਕਿਸੇ ਵੀ ਚੀਜ਼ ਨੂੰ ਮਿਕਸ ਕਰਨਾ ਹੋਵੇ ਤਾਂ ਦੋ ਚੀਜ਼ਾਂ ਨੂੰ ਮਿਕਸ ਕਰਾਂਗੇ, ਇਕੱਲੀ ਚੀਜ਼ ਨੂੰ ਕੀ ਮਿਕਸ ਕਰਾਂਗੇ, ਹਨਾ? ਜਿਵੇਂ ਆਪਾਂ ਪਾਣੀ 'ਚ ਖੰਡ ਮਿਕਸ ਕਰਨੀ ਹੋਵੇ ਜਾਂ ਕੁਝ ਵੀ, ਦੋ ਚੀਜ਼ਾਂ ਨੂੰ ਮਿਕਸ ਕਰਾਂਗੇ ਤਾਂ ਇਦਾਂ ਯਾਦ ਰੱਖ ਲਓ ਵੀ ਜਿੱਥੇ ਦੋ ਆਉਂਦੇ ਆ ਉਹ ਆਲ ਮਿਕਸ ਆ। ਠੀਕ ਹੈ, ਤੇ ਇਹਨਾਂ ਦੀ ਮਾਤਰਾ ਕਿੰਨੀ ਵਰਤਣੀ ਆ? 8 ਗ੍ਰਾਮ ਵਰਤਣੀ ਆ ਆਪਾਂ। ਅੱਗੇ ਆ ਗਿਆ ਅਜ਼ੀਮ ਸਲਫਿਊਰਨ। ਅਜ਼ੀਮ ਹੈਗਾ ਸੈਗਮੈਂਟ। ਆਪਾਂ ਕਹਿ ਦਿੰਦੇ ਆ ਵੀ ਜ਼ਿੰਦਗੀ ਦੇ ਛੋਟੇ ਛੋਟੇ ਸੈਗਮੈਂਟਸ ਵੀ ਇੱਕ ਇਨਸਾਨ ਨੂੰ ਆਪਦੀ ਜ਼ਿੰਦਗੀ 'ਚ ਬਹੁਤ ਅਜ਼ੀਮ ਹੁੰਦੇ ਆ, ਹਨਾ? ਇਦਾਂ ਯਾਦ ਰੱਖ ਸਕਦੇ ਆ। ਸੈਗਮੈਂਟ ਅਜ਼ੀਮ ਕਿੰਨੀ ਮਾਤਰਾ 'ਚ ਵਰਤਣਾ? ਇਹਦੋਂ ਦੁੱਗਣਾ, 8 ਤੋਂ ਦੁੱਗਣਾ 16 ਗ੍ਰਾਮ ਵਰਤਣਾ ਇਹਨੂੰ। ਆਹ ਤਾਂ ਆਪਾਂ ਪੜ੍ਹ ਹੀ ਲਿਆ ਆਲ ਗ੍ਰਿਪ ਤਾਂ। ਫਿਰ ਆ ਗਿਆ 40 ਗ੍ਰਾਮ ਵਰਤਣਾ ਬੈਨ ਸਲਫਿਊਰਨ, ਬੈਨ ਲੌਂਡੈਕਸ। ਠੀਕ ਹੈ, ਹਿੰਦੀ 'ਚ ਮਤਲਬ ਲੌਂਡਾ ਕਹਿ ਦਿੰਦੇ ਨਾ ਮੁੰਡੇ ਨੂੰ, ਹਨਾ? ਤੇ ਆਪਾਂ ਬੈਨ ਕਿਹਦਾ ਨਾਮ ਹੈ? ਮੁੰਡੇ ਦਾ ਨਾਮ ਹੈ, ਇਦਾਂ ਯਾਦ ਰੱਖਣ ਲਈ, ਹਨਾ? ਤੇ ਬੈਨ ਸਲਫਿਊਰਨ ਮਿਥਾਈਲ ਕਿਹੜਾ ਹੋਊਗਾ? ਲੌਂਡੈਕਸ ਹੋਊਗਾ। ਤੇ ਇਹਦੀ ਮਾਤਰਾ ਕਿੰਨੀ ਹੈ? 4 ਗ੍ਰਾਮ ਵਰਤੀ ਜਾਊਗੀ, 4 ਗ੍ਰਾਮ। ਉਦੋਂ ਬਾਅਦ 50 ਗ੍ਰਾਮ ਵਰਤਿਆ ਜਾਊਗਾ ਇਥੋਕਸੀ ਸਲਫਿਊਰਨ, ਸਨਰਾਈਜ਼। ਠੀਕ ਹੈ, ਸਨਰਾਈਜ਼ ਇਹ ਇਦਾਂ ਯਾਦ ਰੱਖ ਸਕਦੇ ਆ ਵੀ ਭਾਈ ਇੱਥੋਂ ਸਨ ਨੇ ਰਾਈਜ਼ ਕੀਤਾ, ਇੱਥੋਂ ਸਨ ਨੇ ਰਾਈਜ਼ ਕੀਤਾ। ਠੀਕ ਹੈ, ਤਾਂ ਇਥੋਕਸੀ ਸਲਫਿਊਰਨ ਸਨਰਾਈਜ਼, ਇਹਦੀ ਮਾਤਰਾ ਕਿੰਨੀ ਆ? 50 ਗ੍ਰਾਮ। ਸੋ ਹੁਣ ਆਪਾਂ ਇੱਥੇ ਦੇਖ ਲਈਏ, ਮੋਟਾ ਰੀਡ ਕਰ ਲਈਏ, ਥੋੜੀ ਜਿਹੀ ਤਸੱਲੀ ਹੋ ਜੂਗੀ ਵੀ ਪੈਕੇਜ ਚੋਂ ਕਰ ਲਿਆ, ਹਨਾ? ਅਰਲੀ ਪੋਸਟ ਇਮਰਜੈਂਸ ਆਪਾਂ ਕਰ ਲਿਆ ਗ੍ਰੇਨਾਈਟ, ਇੱਕੋ ਹੀ ਆਉਂਦਾ ਸੀ ਜਿਹੜਾ 40 ml ਮਾਤਰਾ 'ਚ 10 ਤੋਂ 12 ਦਿਨਾਂ ਬਾਅਦ। ਇਹ ਆਪਾਂ ਸਪਰੇਆਂ ਜਿਹੜੀਆਂ ਜਿਵੇਂ ਆਪਾਂ ਪਹਿਲਾਂ ਕਿਹਾ ਸੀ ਵੀ ਖੜੇ ਪਾਣੀ 'ਚ ਆਪਾਂ ਕਦੇ ਵੀ ਸਪਰੇ ਨਹੀਂ ਕਰਨੀ। ਫਿਰ ਪੋਸਟ ਇਮਰਜੈਂਸ ਜਿਹੜੇ 20 ਤੋਂ 25 ਦਿਨਾਂ ਤੇ ਵਰਤੇ ਜਾਣੇ ਆ, ਉਹ ਆਪਾਂ ਕਿਹੜੇ ਕੀਤੇ ਸੀ? ਨੋਮੀਨੀ ਗੋਲਡ ਕੀਤਾ ਸੀ ਜਿਹਦਾ ਸਾਲਟ ਸੀ ਬਿਸਪਾਇਰੀ ਬੈਕ, ਤੇ ਜਾਂ ਕੱਲਾ ਕੀਤਾ ਸੀ ਰਾਈਸ ਸਟਾਰ ਜਿਹਦਾ ਸਾਲਟ ਸੀ ਫਿਨੋਕਸਾਪ੍ਰੋਪ। ਅੱਗੇ ਇਹਨਾਂ ਨੇ ਦੁਬਾਰਾ ਦਿੱਤਾ ਕੰਟਰੋਲ ਆਫ ਸੈਜਸ ਜਾਂ ਬ੍ਰੌਡ ਲੀਫ ਵੀਡਸ, ਖਾਸ ਕਰਕੇ ਜੇ ਆਪਾਂ ਕਰਨਾ ਕਹਿੰਦੇ ਤਾਂ ਫਿਰ ਖਾਸ ਕਰਕੇ ਇਹਨਾਂ ਨੂੰ ਵਰਤ ਲਓ, ਜੇ ਇਹਨਾਂ ਕੱਲਿਆਂ ਦਾ ਹੀ ਆਪਾਂ ਖਾਸ ਕਰਕੇ ਕੰਟਰੋਲ ਕਰਨਾ ਤਾਂ। ਠੀਕ ਹੈ, ਤੇ ਇਹਦੇ ਵਿੱਚ ਵੀ ਇਹਨਾਂ ਨੇ ਕਹਿਤਾ ਹਰਬੀਸਾਈਡ ਨੂੰ ਖੜੇ ਪਾਣੀ ਦੇ ਵਿੱਚ ਸਪਰੇ ਨਹੀਂ ਕਰਨਾ, ਬਟ ਇੱਕ ਦਿਨ ਛੱਡ ਕੇ, ਜਦੋਂ ਵੀ ਆਪਾਂ ਸਪਰੇ ਕੀਤੀ ਆ ਰਾਈਸ ਦੇ ਵਿੱਚ ਹਰਬੀਸਾਈਡ ਦੀ, ਇੱਕ ਦਿਨ ਛੱਡ ਕੇ ਆਪਾਂ ਇਰੀਗੇਸ਼ਨ ਕਰ ਦੇਣੀ ਆ, ਅਗਲੇ ਦਿਨ ਇੱਕ ਦਿਨ ਛੱਡ ਕੇ। ਠੀਕ ਹੈ, ਹੁਣ ਆਪਾਂ ਆਉਣੇ ਆ ਫਰਟੀਲਾਈਜ਼ਰ ਐਪਲੀਕੇਸ਼ਨ ਦੇ ਉੱਤੇ। ਆਪਾਂ ਪਹਿਲਾਂ ਪੜ੍ਹੇ ਸੀਗੇ ਆਰਗੈਨਿਕ ਮੈਨਿਊਰਸ ਕਿਹੜੇ ਸੀਗੇ, ਯਾਦ ਕਰਾਏ ਸੀ ਵੀ 6 ਟਨ ਵਾਲੇ ਤਾਂ ਹੈਗੇ ਫਾਰਮ ਯਾਰਡ ਮੈਨਿਊਰ ਜਾਂ ਪ੍ਰੈਸ ਮੱਡ, ਹਨਾ? 2.5 ਵਾਲੇ ਕਿਹੜੇ ਸੀ? ਪੋਟੀ ਵਾਲੇ, ਜਿਨ੍ਹਾਂ 'ਚ ਪੋਲਟਰੀ ਦੀ ਪੋਟੀ ਆਉਂਦੀ, ਪੋਲਟਰੀ ਮੈਨਿਊਰ ਜਾਂ ਗੋਬਰ ਆਉਂਦਾ, ਗੋਬਰ ਗੈਸ ਸਲਰੀ, ਹਨਾ? ਤੇ 2 ਟਨ ਕਿਹੜਾ ਸੀ? ਪਰਾਲੀ ਚਾਰ ਸੀਗਾ। ਠੀਕ ਹੈ, ਗ੍ਰੀਨ ਮੈਨਿਊਰ ਸੀ ਤੇ ਸਮਰ ਮੂੰਗ ਕ੍ਰੌਪ ਰੈਜ਼ੀਡਿਊ ਇਨਕੋਰਪੋਰੇਸ਼ਨ ਵੀ ਆਪਾਂ ਪੜ੍ਹਿਆ ਸੀ, ਹਨਾ? ਇਹਦੇ 'ਚ ਕੀ ਆ? ਹੁਣ ਇਹਨਾਂ ਨੇ ਆਪਾਂ ਨੂੰ ਇਹ ਦੱਸਿਆ ਵੀ ਜੇ ਆਪਾਂ ਇੰਨੀ ਮਾਤਰਾ 'ਚ ਫਲਾਣੀਆਂ ਚੀਜ਼ਾਂ ਵਰਤੀਆਂ ਤਾਂ ਭਾਈ ਆਪਾਂ ਨੂੰ ਫਾਇਦਾ ਕੀ ਹੋਣ ਵਾਲਾ, ਕਿੰਨੀ ਨਾਈਟ੍ਰੋਜਨ ਜਾਂ ਯੂਰੀਆ ਆਪਣਾ ਬਚੂਗਾ। ਸਭ ਤੋਂ ਪਹਿਲਾਂ ਤਾਂ ਜੇ ਆਪਾਂ 16 ਕਿਲੋ ਨਾਈਟ੍ਰੋਜਨ ਕਵਾਂਗੇ, ਇੱਥੇ ਤਾਂ ਆਪਾਂ ਯਾਦ ਹੀ ਕਰ ਸਕਦੇ ਹਾਂ ਵੀ ਜੇ ਆਪਾਂ ਨੂੰ ਪੇਪਰ 'ਚ ਆਉਂਦਾ ਵੀ ਹੈ ਤਾਂ ਆਪਾਂ ਨੂੰ ਟਾਈਮ ਵੇਸਟ ਨਾ ਹੋਵੇ ਕੱਢਣ ਤੇ, ਹਨਾ? ਸੋਲਵ ਕਰਨ ਤੇ। ਤਾਂ 16 ਕਿਲੋ ਵਾਲਾ ਤਾਂ 35 ਕਿਲੋ ਯੂਰੀਆ ਹੋਊਗਾ, 16 ਕਿਲੋ ਨਾਈਟ੍ਰੋਜਨ, 25 ਕਿਲੋ ਨਾਈਟ੍ਰੋਜਨ ਮਤਲਬ 55 ਕਿਲੋ ਯੂਰੀਆ ਹੋਊਗਾ। ਠੀਕ ਹੈ, ਜ਼ਿਆਦਾਤਰ ਤਾਂ 4 ਤਾਂ ਇਹਨਾਂ ਵਿੱਚੋਂ 16 ਕਿਲੋ ਯੂਰੀਆ ਬਚਾਉਂਦੇ ਆ, ਸੌਰੀ ਨਾਈਟ੍ਰੋਜਨ 16 ਕਿਲੋ ਨਾਈਟ੍ਰੋਜਨ ਬਚਾਉਂਦੇ ਆ। 3 ਆ ਜਿਹੜੇ 25 ਕਿਲੋ ਨਾਈਟ੍ਰੋਜਨ ਕਾਫੀ ਜ਼ਿਆਦਾ ਬਚਾ ਲੈਂਦੇ ਆ, ਹਨਾ? ਉਹ 3 ਕਿਹੜੇ ਆ? PPG ਆਪਾਂ ਯਾਦ ਰੱਖ ਲਾਂਗੇ, ਪੰਜਾਬ ਪੁਲਿਸ ਜੀ, ਇਦਾਂ ਯਾਦ ਰੱਖ ਲਓ। ਫਸਟ P ਦਾ ਮਤਲਬ ਪ੍ਰੈਸ ਮੱਡ, ਠੀਕ ਹੈ? ਸੈਕੰਡ P ਦਾ ਮਤਲਬ ਪੋਲਟਰੀ ਮੈਨਿਊਰ, ਤੇ G ਦਾ ਮਤਲਬ ਗ੍ਰੀਨ ਮੈਨਿਊਰ। ਠੀਕ ਹੈ, ਇਹ 25 ਕਿਲੋ ਨਾਈਟ੍ਰੋਜਨ ਆਪਣੀ ਬਚਾਉਂਦੇ ਆ। ਯਾਦ ਰੱਖਣਾ ਪਰਾਲੀ ਚਾਰੇ ਦੇ ਵਿੱਚ ਨਹੀਂ ਆਉਂਦਾ, ਪਰਾਲੀ ਦਾ ਫਿਰ ਐਕਸੈਪਸ਼ਨ ਹੈ ਨਾ, ਨਾਲੇ ਕਾਫੀ ਘੱਟ ਮਾਤਰਾ 'ਚ ਵਰਤਿਆ ਜਾ ਰਿਹਾ, ਤਾਂ ਇਹ 16 ਕਿਲੋ ਨਾਈਟ੍ਰੋਜਨ ਹੀ ਬਚਾਊਗਾ। PP ਵਾਲਾ
ਸੋ ਪ੍ਰੈਸ ਮਡ, ਪੋਲਟਰੀ ਮੈਨਿਓਰ ਤੇ ਗ੍ਰੀਨ ਮੈਨਿਓਰ ਆਪਣਾ 25 ਕਿਲੋ ਨਾਈਟ੍ਰੋਜਨ ਪਹੁੰਚਾਉਣਗੇ, ਬਾਕੀ ਸਾਰੇ ਜਿਹੜੇ ਆ ਉਹ 16 ਪਹੁੰਚਾਉਣਗੇ। ਉਹ ਕਹਿੰਦੇ ਵੀ ਜਿਹੜਾ ਪਰਾਲੀ ਚਾਰ ਆ ਇਹ ਨਾਈਟ੍ਰੋਜਨ ਤਾਂ ਐਡ ਕਰਦਾ ਹੀ ਕਰਦਾ, ਚਾਹੇ ਘੱਟ ਹੀ ਕਰਦਾ, ਚੱਲ 16 ਹੀ ਕਰਦਾ, ਪਰ ਇਹ 2 ਟਨ ਜੇ ਆਪਾਂ ਵਰਤਿਆ ਤਾਂ ਇਹ 10% ਪੈਡੀ ਦੀ ਯੀਲਡ ਵਿੱਚ ਵੀ ਵਾਧਾ ਕਰਦਾ, ਮਤਲਬ ਆਪਾਂ ਨੂੰ ਝਾੜ ਵੀ 10% ਵੱਧ ਦੇ ਦਿੰਦਾ। ਉਹ ਕਹਿੰਦੇ ਵੀ ਜੇ ਆਹ ਸੈਂਡੀ ਸੈਂਟਰ 'ਚ ਰੱਖ ਲਓ, ਜੇ ਤਾਂ ਲੋਮੀ ਸੈਂਡ ਸੋਇਲ ਆ ਜਾਂ ਸੈਂਡੀ ਲੋਮ ਸੋਇਲ ਆ, ਹਨਾ, ਉਹਦੇ ਵਿੱਚ ਆਪਾਂ ਇਹ ਨਹੀਂ ਕਹਿਣਾਗਾ ਵੀ ਭਾਈ ਕੱਲੀ ਗ੍ਰੀਨ ਮੈਨਿਓਰ ਵਰਤਤੀ ਤਾਂ ਘਟਾ ਦਿਓ ਸਿੱਧਾ ਹੀ ਨਾਈਟ੍ਰੋਜਨ ਦੀ ਮਾਤਰਾ, ਹਨਾ। ਜੇ ਸੈਂਡੀ ਆ ਨਾ, ਸੈਂਡੀ ਲੱਗ ਗਿਆ, ਲੋਮੀ ਸੈਂਡ ਹੋਵੇ ਚਾਹੇ ਸੈਂਡੀ ਲੋਮ ਹੋਵੇ, ਉਹਦੇ ਵਿੱਚ ਆਪਾਂ ਗ੍ਰੀਨ ਮੈਨਿਓਰ ਜਾਂ ਸਮਰ ਮੂਨ ਜੇ ਆਪਾਂ ਵਰਤਦੇ ਆ ਤਾਂ ਆਪਾਂ ਨਾਈਟ੍ਰੋਜਨ ਦੀ ਵੀ 50 ਕਿਲੋ ਮਾਤਰਾ ਵਰਤਣੀ ਹੀ ਹੈ, ਦੋਨਾਂ ਨੂੰ ਹੀ ਆਪਾਂ ਵਰਤਾਂਗੇ। ਅੱਗੇ ਚੱਲੀਏ ਬਾਇਓ ਫਰਟੀਲਾਈਜ਼ਰ ਵੱਲ। ਆਪਾਂ ਪਹਿਲਾਂ ਪੜ੍ਹ ਹੀ ਚੁੱਕੇ ਹਾਂ ਕਿ ਐਜ਼ੋਸਪਾਇਰਿਲੀਅਮ ਆਪਾਂ ਇਹਦੇ ਵਿੱਚ ਵਰਤਣਾ 1 ਪੈਕੇਟ, ਹਨਾ, ਤੇ ਅੱਧਾ ਕਿਲੋ ਹੋਊਗਾ ਉਹਦੇ ਚ। 45 ਮਿੰਟ ਲਈ ਆਪਾਂ ਉਹਨੂੰ 100 ਲੀਟਰ ਪਾਣੀ ਚ ਡਿਪ ਕਰਕੇ ਰੱਖਣਾ, ਕਿਹਨੂੰ, ਸੀਡਲਿੰਗਸ ਦੇ ਰੂਟਸ ਨੂੰ। ਇਹ ਕਿੰਨੇ ਦੀ, ਇਹ ਮਾਤਰਾ ਕਿੰਨੇ, 1 ਕਿੱਲੇ ਦੇ ਜਿਹੜਾ ਵੀ ਹੋਊਗਾ ਉਹਦੇ ਲਈ ਆ ਇਹ, ਠੀਕ ਹੈ। ਅੱਗੇ ਆ ਗਿਆ ਕੈਮੀਕਲ ਫਰਟੀਲਾਈਜ਼ਰਸ। ਕੈਮੀਕਲਸ ਦੇ ਵਿੱਚ ਆਪਾਂ ਨੂੰ ਪਤਾ ਵੀ ਆਪਾਂ ਕੈਮੀਕਲਸ ਵਰਤਦੇ ਆ ਜਿਹੜੇ ਕਿ ਸਿੰਥੈਟਿਕਲੀ ਬਣੇ ਹੁੰਦੀਆਂ ਨੇ ਫਰਟੀਲਾਈਜ਼ਰਸ, ਹਨਾ। ਤਾਂ ਨਾਈਟ੍ਰੋਜਨ, ਫਾਸਫੋਰਸ ਤੇ ਪੋਟਾਸ਼ੀਅਮ ਇਹਨੂੰ ਕਿੰਨਾ ਚਾਹੀਦਾ, 40 to 12 ਜਾਂ 12 ਚਾਹੀਦਾ, ਹਨਾ। ਫਾਸਫੋਰਸ ਦੀ ਆਪਾਂ ਗੱਲ ਕਰ ਹੀ ਚੁੱਕੇ ਆ, ਆਪਾਂ ਵੀਟ ਨੂੰ ਪ੍ਰੈਫਰ ਕਰਦੇ ਆ, ਠੀਕ ਹੈ। ਤੇ ਪੋਟਾਸ਼ੀਅਮ ਵੀ ਜੇ ਇਹਦੇ ਵਿੱਚ ਘਾਟ ਹੋਵੇ, ਡੈਫੀਸ਼ੀਐਂਸੀ ਹੋਵੇ, ਆਪਾਂ ਤਾਂ ਹੀ ਵਰਤਾਂਗੇ, ਨਹੀਂ ਤਾਂ ਆਪਾਂ ਇਹਨਾਂ ਨੂੰ ਨਹੀਂ ਵਰਤਾਂਗੇ ਜੇ ਰਾਈਸ ਕ੍ਰੌਪ ਲਾਉਣ ਤੋਂ ਪਹਿਲਾਂ ਇਹਨਾਂ ਦੀ ਡੈਫੀਸ਼ੀਐਂਸੀ ਨਹੀਂ ਹੈਗੀ ਸੋਇਲ ਦੇ ਵਿੱਚ, ਠੀਕ ਹੈ। ਤੇ ਨਾਈਟ੍ਰੋਜਨ ਤਾਂ ਆਪਾਂ ਵਰਤਣੀ ਆ, ਤੇ ਵਰਤਣੀ ਵੀ ਕਿਵੇਂ ਆ, 3 ਇਕੁਅਲ ਸਪਲਿਟਸ ਦੇ ਵਿੱਚ, 3 ਸਪਲਿਟਸ ਦੇ ਵਿੱਚ ਵਰਤਣੀ ਹੈ, ਠੀਕ ਹੈ। ਕਿੰਨੀ ਨਾਈਟ੍ਰੋਜਨ, 42 ਕਿਲੋ ਨਾਈਟ੍ਰੋਜਨ ਆਪਾਂ ਵਰਤਣੀ ਹੈ 3 ਇਕੁਅਲ ਸਪਲਿਟਸ ਦੇ ਵਿੱਚ। ਤੇ ਜੇ ਗੱਲ ਕਰੀਏ ਨੀਮ ਕੋਟਡ ਯੂਰੀਆ ਕਿੰਨਾ ਪਊਗਾ, ਜਿਹੜੇ ਮੇਨ ਕ੍ਰੌਪ ਆ ਜਿਵੇਂ ਰਾਈਸ ਹੋਇਆ, ਵੀਟ ਹੋਇਆ, ਕਾਟਨ ਹੋਇਆ, ਹਨਾ, ਜਾਂ ਕੇਨ ਹੋਇਆ, ਇਹਨਾਂ ਦੇ ਤਾਂ ਆਪਾਂ ਮੋਟਾ ਦੋਨੋਂ ਚੀਜ਼ਾਂ ਯਾਦ ਰੱਖ ਸਕਦੇ ਹਾਂ, ਨਾਈਟ੍ਰੋਜਨ ਵੀ ਯਾਦ ਰੱਖ ਸਕਦੇ ਹਾਂ ਤੇ ਯੂਰੀਆ ਜਾਂ DAP ਵਗੈਰਾ ਵੀ ਕਿੰਨਾ ਵਰਤਣਾ ਯਾਦ ਰੱਖ ਹੀ ਸਕਦੇ ਹਾਂ, ਤਾਂ ਕਿ ਆਪਾਂ ਨੂੰ ਪੇਪਰ 'ਚ ਜੇ ਕੁਐਸਚਨ ਆਉਂਦਾ ਤਾਂ ਆਪਣਾ ਟਾਈਮ ਵੇਸਟ ਨਾ ਹੋਵੇ ਸੋਲਵ ਕਰਨ 'ਚ, ਹਨਾ। ਇਹ ਤਾਂ ਹੈਗਾ ਹੀ ਹੈ ਵੀ ਜਿਵੇਂ ਕਣਕ 'ਚ ਤਾਂ 110 ਕਿਲੋ ਯੂਰੀਆ ਪੈਂਦਾ ਤੇ ਇੱਥੇ 90 ਕਿਲੋ ਪੈਂਦਾ, ਠੀਕ ਹੈ। DAP 27 ਆ ਤੇ SSP ਦੀ ਗੱਲ ਕਰੀਏ ਤਾਂ 75 ਆ। ਮਿਊਰੇਟ ਆਫ ਪੋਟਾਸ਼ ਹੈ ਜਿਹੜਾ ਉਹ 20 ਹੋਊਗਾ, 12 K2O ਹੋਇਆ ਤਾਂ ਉਹ 20 ਕਿਲੋ ਹੋਊਗਾ MOP, ਠੀਕ ਹੈ। ਇਹ 20 ਕਿਲੋ ਕਾਫੀ ਜਗ੍ਹਾ ਤੇ ਆਉਂਦਾ, ਇਸ ਕਰਕੇ ਨਾ ਯਾਦ ਰੱਖਿਆ ਜਾ ਸਕਦਾ ਈਜ਼ੀਲੀ। ਫਿਰ ਇਹ ਕਹਿੰਦੇ ਵੀ ਜੇ ਤੁਹਾਨੂੰ ਤੁਸੀਂ ਪੈਡੀ ਦੇ ਵਿੱਚ ਸਟੈਰਿਲਿਟੀ ਨੂੰ ਰਿਡਿਊਸ ਕਰਨਾ, ਸਟੈਰਾਈਲ ਮਤਲਬ ਵੀ ਉਹ ਬੀ ਅੱਗੇ ਨਹੀਂ ਬਣ ਰਿਹਾ, ਹਨਾ। ਉਹਦੇ ਕੰਟਰੋਲ ਲਈ ਆਪਾਂ ਕੀ ਕਰਾਂਗੇ, ਫੋਲੀਅਰ ਸਪਰੇ ਕਰਾਂਗੇ ਪੋਟਾਸ਼ੀਅਮ ਨਾਈਟ੍ਰੇਟ ਦੀ। ਕਿੰਨੀ ਕੰਸੈਂਟ੍ਰੇਸ਼ਨ, 1.5%। ਯਾਦ ਰੱਖਣਾ ਇੱਥੇ 1.5 ਆਇਆ, ਪੋਟਾਸ਼ੀਅਮ ਨਾਈਟ੍ਰੇਟ ਅੱਗੇ ਵੀ ਆਊਗਾ, ਉੱਥੇ ਸੀਡ ਟ੍ਰੀਟਮੈਂਟ ਆਊਗਾ ਪੋਟਾਸ਼ੀਅਮ ਨਾਈਟ੍ਰੇਟ ਦਾ, ਜਿੱਥੇ ਤੱਕ ਮੈਨੂੰ ਯਾਦ ਆ, ਉੱਥੇ ਆਊਗਾ 2% ਰਾਈਸ ਦੇ ਵਿੱਚ ਹੀ। ਤੇ ਇਹ ਨਵੀਂ ਰਿਕਮੈਂਡੇਸ਼ਨ ਆ, ਠੀਕ ਹੈ। ਬਟ ਆਹ ਜਿਹੜੀ ਕਾਫੀ ਪੁਰਾਣਾ ਪਹਿਲਾਂ ਤੋਂ ਇਹ ਦਿੰਦੇ ਆ ਰਹੇ ਆ ਵੀ 1.5% ਪੋਟਾਸ਼ੀਅਮ ਨਾਈਟ੍ਰੇਟ, 3 ਕਿਲੋ ਪੋਟਾਸ਼ੀਅਮ ਨਾਈਟ੍ਰੇਟ ਨੂੰ 200 ਲੀਟਰ ਪਾਣੀ 'ਚ ਪਾਵਾਂਗੇ ਤਾਂ ਹੀ 1.5% ਬਣੂਗਾ, ਹਨਾ। ਹੋਰ ਵੀ ਕਈ ਤਰੀਕਿਆਂ ਨਾਲ 1.5 ਬਣ ਸਕਦਾ, ਬਟ ਇਹਨਾਂ ਨੇ 3 ਕਿਲੋ ਹੀ ਵਰਤਣ ਨੂੰ ਕਿਹਾ, ਠੀਕ ਹੈ। 3 ਕਿਲੋ ਪੋਟਾਸ਼ੀਅਮ ਨਾਈਟ੍ਰੇਟ ਵਰਤਣਾ ਤਾਂ ਉਹਦੇ ਅਕੋਰਡਿੰਗ ਆਪਾਂ ਨੂੰ ਪਾਣੀ ਫਿਰ 200 ਲੀਟਰ ਵਰਤਣਾ ਪਊਗਾ। ਕਦੋਂ ਵਰਤਣਾ, ਬੂਟ ਸਟੇਜ ਤੇ। ਬੂਟ ਸਟੇਜ ਨਾਲ ਰਿਲੇਟਡ ਤੁਹਾਨੂੰ ਇੱਕ ਹੋਰ ਗੱਲ ਯਾਦ ਹੋਊਗੀ, ਆਪਾਂ ਪਿਛਲੀਆਂ ਵੀਡੀਓਜ਼ 'ਚ ਪੜ੍ਹਿਆ ਸੀ ਬੂਟ ਸਟੇਜ ਨਾਲ ਰਿਲੇਟਡ। ਬੂਟ ਮਤਲਬ ਫਾਲਸ ਸਮਟ ਦੀਆਂ ਕੋਈ ਵੀ ਆਪਾਂ ਸਪਰੇ ਕਰਨੀ ਹੈ ਫੰਜੀਸਾਈਡ, ਉਹ ਆਪਾਂ ਬੂਟ ਸਟੇਜ ਤੇ ਕਰਾਂਗੇ ਜੇ ਆਪਾਂ ਫਾਲਸ ਸਮਟ ਨੂੰ ਕੰਟਰੋਲ ਕਰਨਾ ਤਾਂ, ਠੀਕ ਹੈ। ਇਹ ਇਦਾਂ ਯਾਦ ਰੱਖ ਸਕਦੇ ਆ ਵੀ ਜਿਹੜਾ ਬੰਦਾ ਫਾਲਸ ਹੁੰਦਾ, ਮਤਲਬ ਝੂਠ ਬੋਲਦਾ ਫਾਲਸ, ਹਨਾ, ਉਹਨੂੰ ਬੂਟ ਪੈਂਦੇ ਆ, ਉਹਨੂੰ ਛਿੱਤਰ ਪੈਂਦੇ ਆ। ਅੱਗੇ ਆ ਗਿਆ, ਇਹ ਤਾਂ ਆਪਾਂ ਪੜ੍ਹ ਹੀ ਚੁੱਕੇ ਆ ਵੀ ਫਾਸਫੋਰਸ ਆਪਾਂ ਸਕਿਪ ਕਰ ਦੇਣਾ ਜੇ ਕਣਕ ਨੂੰ ਲਾਤਾ ਹੋਇਆ, ਤੇ ਫਾਸਫੋਰਸ ਜਾਂ ਪੋਟਾਸ਼ੀਅਮ ਆਪਾਂ ਤਾਂ ਹੀ ਵਰਤਨੇ ਆ ਰਾਈਸ ਦੇ ਵਿੱਚ ਜੇ ਡੈਫੀਸ਼ੀਐਂਸੀ ਹੋਵੇ ਤਾਂ। ਫਿਰ ਕਹਿੰਦੇ ਵੀ ਸਾਰੇ ਦਾ ਸਾਰਾ ਫਾਸਫੋਰਸ ਤੇ ਪੋਟਾਸ਼ੀਅਮ ਤਾਂ ਆਪਾਂ ਪਡਲਿੰਗ ਤੋਂ ਪਹਿਲਾਂ ਵਰਤ ਦੇਣਾ, ਪਡਲਿੰਗ ਕਰਨ ਤੋਂ ਪਹਿਲਾਂ ਵਰਤ ਦੇਣਾ। ਪਰ ਕਹਿੰਦੇ ਵੀ ਫਾਸਫੋਰਸ ਨੂੰ ਟੌਪ ਡਰੈਸ ਵੀ ਕੀਤਾ ਜਾ ਸਕਦਾ, ਠੀਕ ਹੈ। ਸਪੋਜ਼ ਕਰੋ ਵੀ ਆਪਾਂ ਕਣਕ ਨੂੰ ਲਾਤਾ ਸੀ, ਹਨਾ, ਤੇ ਆਪਾਂ ਇਸ ਕਰਕੇ ਇਹਦੇ ਰਾਈਸ ਦੇ ਫੀਲਡ 'ਚ ਫਾਸਫੋਰਸ ਨਹੀਂ ਲਾਇਆ ਪਡਲਿੰਗ ਤੋਂ ਪਹਿਲਾਂ, ਹਨਾ, ਪਰ ਆਪਾਂ ਨੂੰ ਡੈਫੀਸ਼ੀਐਂਸੀ ਵੇਖਣ ਨੂੰ ਮਿਲ ਗਈ। ਫਿਰ ਕਹਿੰਦੇ ਇਹਨੂੰ ਟੌਪ ਡਰੈਸ ਕੀਤਾ ਜਾ ਸਕਦਾ ਕਿੰਨੇ ਚਿਰ ਬਾਅਦ, 21 ਦਿਨਾਂ ਬਾਅਦ, 21 ਡੇਜ਼ ਤੇ। ਫਿਰ ਗੱਲ ਕਰੀਏ 27 ਕਿਲੋ DAP ਜੇ ਆਪਾਂ ਵਰਤਿਆ, ਆਪਾਂ ਨੂੰ ਪਤਾ ਵੀ ਜਿਹੜਾ DAP ਆ ਇਹਦੇ 'ਚ ਕੁਛ ਮਾਤਰਾ ਨਾਈਟ੍ਰੋਜਨ ਦੀ ਵੀ ਹੁੰਦੀ ਹੈ। ਕਿੰਨੀ ਮਾਤਰਾ ਹੁੰਦੀ ਹੈ ਇਹ ਤੁਸੀਂ ਦੱਸਿਓ। ਫਾਸਫੋਰਸ ਹੁੰਦਾ ਤੇ ਨਾਈਟ੍ਰੋਜਨ ਹੁੰਦਾ, ਠੀਕ ਹੈ। ਇਹ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਕਿੰਨੀ ਮਾਤਰਾ ਦੇ ਵਿੱਚ ਕਿੰਨੀ ਪਰਸੈਂਟੇਜ ਹੁੰਦੀ ਹੈ ਨਾਈਟ੍ਰੋਜਨ ਦੀ ਤੇ ਕਿੰਨੀ ਪਰਸੈਂਟੇਜ ਹੁੰਦੀ ਹੈ P2O5 ਫਾਸਫੋਰਸ ਦੀ DAP ਦੇ ਵਿੱਚ, ਠੀਕ ਹੈ। ਤੇ ਜੇ ਤੁਸੀਂ ਹੋਰ ਵੀ ਇਹਦੇ ਨਾਲ ਰਲਦੇ ਮਿਲਦੇ ਕੋਈ ਕੈਮੀਕਲਸ ਦਾ ਦੱਸਣਾ ਚਾਹੁੰਦੇ ਤਾਂ ਉਹ ਵੀ ਜ਼ਰੂਰ ਦੱਸਿਓ, ਪੜ੍ਹਨ ਵਾਲਿਆਂ ਦਾ ਵੀ ਫਾਇਦਾ ਹੋ ਜਾਊਗਾ। ਤੇ ਜੇ ਹੁਣ ਆਪਾਂ ਕਮੈਂਟ ਦੀ ਗੱਲ ਕੀਤੀ ਹੈ ਤਾਂ ਮੈਂ ਨਾਲ ਹੀ ਤੁਹਾਨੂੰ ਕਹਿ ਦਿਆਂ ਕਿ ਸਬਸਕ੍ਰਾਈਬ ਵੀ ਜ਼ਰੂਰ ਕਰ ਦਿਓ ਚੈਨਲ ਨੂੰ, ਜੇ ਤੁਸੀਂ ਕਿਸੇ ਵੀ ਖੇਤੀਬਾੜੀ ਦੇ ਐਗਜ਼ਾਮ ਲਈ ਜਾਂ ਪਟਵਾਰੀ 'ਚ ਵੀ ਜਿਵੇਂ ਆਉਂਦਾ
ਇਸ ਲੈਵਲ ਦਾ ਚਾਹੇ ਨਾ ਆਉਂਦਾ ਹੋਵੇ ਪਰ ਆਉਂਦੀ ਹੈ ਐਗਰੀਕਲਚਰ, ਹੈ ਨਾ। ਤਾਂ ਤੁਸੀਂ ਸਬਸਕ੍ਰਾਈਬ ਜ਼ਰੂਰ ਕਰ ਦਿਓ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨਸ ਆਉਂਦੀਆਂ ਰਹਿਣ ਜਦੋਂ ਵੀ ਮੈਂ ਵੀਡੀਓ ਪਾਉਣੀ ਆ, ਠੀਕ ਹੈ। ਚਲੋ ਬੈਕ ਟੂ ਸਟੱਡੀਜ਼। ਉਹ ਕਹਿੰਦੇ ਵੀ ਜੇ 27 ਕਿਲੋ DAP ਵਰਤਿਆ ਤਾਂ ਯੂਰੀਆ ਨੂੰ 10 ਕਿਲੋ ਨਾਲ ਘਟਾ ਦਿਓ, ਠੀਕ ਹੈ। ਜਿਵੇਂ ਆਪਾਂ ਨਾਰਮਲੀ 90 ਕਿਲੋ ਵਰਤ ਰਹੇ ਸੀ ਯੂਰੀਆ, ਤੇ ਜੇ ਆਪਾਂ DAP ਵਰਤਿਆ 27 ਕਿਲੋ, ਠੀਕ ਹੈ, ਤਾਂ ਕਹਿੰਦੇ ਉਹਦੇ ਨਾਲ ਆਪਾਂ 80 ਕਿਲੋ ਯੂਰੀਆ ਹੀ ਵਰਤਾਂਗੇ। ਉਹ ਵੀ ਕਿੱਦਾਂ ਵਰਤਣਾ? 3 ਇਕੁਅਲ ਸਪਲਿਟਸ ਦੇ ਵਿੱਚ, 3 ਇਕੁਅਲ ਸਪਲਿਟਸ ਦੇ ਵਿੱਚ। ਪਹਿਲੀ ਸਪਲਿਟ ਕਦੋਂ ਹੋਊਗੀ? 7 ਦਿਨਾਂ ਤੇ, ਦੂਜੀ ਹੋਊਗੀ 21 ਦਿਨਾਂ ਤੇ, ਤੀਜੀ ਹੋਊਗੀ ਜਾਂ 35 ਤੇ ਜਾਂ 42। ਇਹ ਵੇਖਦੇ ਆ ਇਹ ਵੇਰੀਏਸ਼ਨ ਕਿਉਂ ਆ। ਪਹਿਲੀ ਦਾ ਮਤਲਬ 1 ਹਫ਼ਤੇ ਬਾਅਦ, ਮਤਲਬ 7 ਦਿਨਾਂ ਤੇ, ਦੂਜੀ ਮਤਲਬ 21 ਦਿਨਾਂ ਤੇ। ਵੀ ਆਪਾਂ ਕਹਿ ਦਈਏ ਵੀ 3 × 7 = 21, ਠੀਕ ਹੈ। 21 ਨਹੀਂ ਹੁੰਦਾ ਨਾ, ਮੈਥ ਭਾਰੀ ਮਾਤਰਾ ਵਿੱਚ ਕਮਜ਼ੋਰ ਆ ਮੇਰੇ ਦਿਮਾਗ ਦੇ ਵਿੱਚ, ਇਸ ਕਰਕੇ ਆਮ ਥਿੰਕਿੰਗ ਵੀ 3 × 5 ਤਾਂ ਹੋਇਆ 15, 3 × 6 ਹੋਇਆ 18, 3 × 7 ਹੋਇਆ 21, ਹਾਂ ਠੀਕ ਹੈ। ਸੋ 1 ਹਫ਼ਤੇ ਬਾਅਦ ਤਾਂ ਆਪਾਂ ਪਹਿਲੀ ਡੋਜ਼ ਲਾਤੀ, ਫਿਰ 3 ਹਫ਼ਤਿਆਂ ਬਾਅਦ ਮਤਲਬ 21 ਦਿਨਾਂ ਬਾਅਦ ਆਪਾਂ ਦੂਜੀ ਡੋਜ਼ ਲਾਤੀ। ਪਰ ਕਹਿੰਦੇ ਵੀ ਜਿਹੜੀ ਤੀਜੀ ਡੋਜ਼ ਆ ਜੇ ਤਾਂ ਉਹ PR 126 ਨੂੰ ਲੱਗਣੀ ਆ, ਕਿਉਂਕਿ ਸ਼ਾਰਟ ਡਿਊਰੇਸ਼ਨ ਫਿਰ ਤਾਂ ਆਪਾਂ 35 ਦਿਨਾਂ ਤੇ ਹੀ ਲਾ ਦਾਂਗੇ। ਤੇ ਪਰ ਜੇ ਹੋਰ ਕੋਈ ਵੀ ਵੈਰਾਈਟੀ ਆ, ਹੈ ਨਾ, ਕਿਉਂਕਿ ਲੌਂਗ ਡਿਊਰੇਸ਼ਨ ਹੋਊਗੀ, ਤੇ ਫਿਰ ਆਪਾਂ 42 ਡੇਜ਼ ਆਫ ਟ੍ਰਾਂਸਪਲਾਂਟਿੰਗ ਤੇ ਤੀਜੀ ਡੋਜ਼ ਨਾਈਟ੍ਰੋਜਨ ਦੀ ਲਾਵਾਂਗੇ। ਉਹ ਕਹਿੰਦੇ ਵੀ ਜਿਹੜੀ ਦੂਜੀ ਤੇ ਤੀਜੀ ਡੋਜ਼ ਆ ਇਹ ਉਦੋਂ ਲਾਓ ਜਦੋਂ ਫੀਲਡ ਦੇ ਵਿੱਚ ਪਾਣੀ ਨਹੀਂ ਖੜਾ ਹੋਇਆ। ਅੱਗੇ ਚੱਲਦੇ ਆ PAU LCC ਵੱਲ। LCC ਮਤਲਬ ਲੀਫ ਕਲਰ ਚਾਰਟ, ਪੱਤਾ ਰੰਗ ਚਾਰਟ, ਠੀਕ ਹੈ। ਇਸ ਤਰ੍ਹਾਂ ਦੀ ਹੁੰਦੀ ਹੈ, ਇਹਦੇ ਵਿੱਚ ਡੱਬੀਆਂ ਬਣੀਆਂ ਹੁੰਦੀਆਂ, ਆਲਮੋਸਟ ਮੈਨੂੰ ਲੱਗਦਾ 6 ਡੱਬੀਆਂ ਹੁੰਦੀਆਂ ਇੱਕ LCC ਦੇ ਵਿੱਚ। ਇਹਨਾਂ ਦੀ ਰੰਗਾਂ ਦਾ ਜਿਹੜਾ ਗ੍ਰੀਨ ਹੀ ਹੁੰਦੇ ਆ ਸਾਰੇ, ਬਟ ਫਿੱਕੇ ਗੂੜੇ ਦਾ ਫਰਕ ਹੁੰਦਾ, ਜਿਵੇਂ ਸਭ ਤੋਂ ਡਾਰਕ ਹੋਇਆ ਉਦੋਂ ਫਿੱਕਾ, ਉਦੋਂ ਫਿੱਕਾ, ਉਦੋਂ ਫਿੱਕਾ, ਉਦੋਂ ਫਿੱਕਾ ਤੇ ਸਭ ਤੋਂ ਫਿੱਕਾ, ਹੈ ਨਾ। ਇਸ ਤਰ੍ਹਾਂ ਇਹਨਾਂ ਦੇ 6 ਹੁੰਦੇ ਆ। ਤੇ ਇਹਦੇ ਵਿੱਚ ਆਪਾਂ ਸਿਰਫ 2 ਨੰਬਰ ਯਾਦ ਰੱਖਣੇ ਆ ਤੇ ਆਪਾਂ ਨੂੰ ਸਾਰਾ LCC ਬਾਰੇ ਯਾਦ ਹੋ ਜਾਊਗਾ। ਕਿਹੜੇ 2 ਨੰਬਰ ਆ? 25 ਕਿਲੋ ਤੇ 4, ਮਤਲਬ 25 ਕਿਲੋ ਯੂਰੀਆ ਆਪਾਂ ਵਰਤਾਂਗੇ। ਕਿਵੇਂ ਵਰਤਾਂਗੇ? ਜਾਂ ਤਾਂ ਬੇਸਲ ਡੋਜ਼ ਤੇ ਜਾਂ ਜੇ LCC ਸ਼ੇਡ 4 ਤੋਂ ਫਿੱਕਾ ਆਉਂਦਾ, ਆਪਣਾ ਕੀ ਫਿੱਕਾ ਆਉਂਦਾ? ਪੱਤਿਆਂ ਦਾ ਰੰਗ। ਪੱਤਿਆਂ ਦਾ ਰੰਗ ਆਪਾਂ ਕਿਵੇਂ ਵੇਖਣਾ? ਇਹ ਨਹੀਂ ਵੀ ਇੱਕ ਪੱਤੇ ਦਾ ਰੰਗ 4 ਤੋਂ ਫਿੱਕਾ ਆ ਗਿਆ ਤੇ ਆਪਾਂ ਚੱਕ ਕੇ ਠੋਕ ਦਾਂਗੇ 25 ਕਿਲੋ। ਨੋ, ਆਪਾਂ ਕੀ ਕਰਾਂਗੇ? ਆਪਾਂ ਇੱਕ ਖੇਤ ਵਿੱਚੋਂ ਲਵਾਂਗੇ 10 ਪੌਦੇ, ਠੀਕ ਹੈ। 10 ਪੌਦੇ ਕੁਝ ਡਿਸਟੈਂਸ ਤੇ, ਇਹ ਨਹੀਂ ਵੀ ਇੱਕੋ ਲਾਈਨ 'ਚ ਲੈ ਲੇ, ਕੁਝ ਦੂਰ ਜਿਹੜੇ 10 ਪੌਦੇ ਪਏ ਆ ਉਹਨਾਂ ਵਿੱਚੋਂ ਆਪਾਂ ਟੌਪ ਮੋਸਟ ਲੀਵ ਵੇਖਾਂਗੇ, ਟੌਪ ਮੋਸਟ ਪੱਤਾ ਵੇਖਾਂਗੇ ਜਿਹਨੂੰ ਚੰਗੀ ਤਰ੍ਹਾਂ ਸਨਸ਼ਾਈਨ ਮਿਲ ਰਹੀ ਆ, ਹਨਾ। ਤੇ ਵੇਖਾਂਗੇ ਕਿਵੇਂ? ਵੀ ਆਪਾਂ ਵੇਖਣਾ ਤਾਂ ਦਿਨ ਵੇਲੇ ਆ, ਕਿਉਂਕਿ ਰਾਤ ਨੂੰ ਤਾਂ ਆਪਾਂ ਨੂੰ ਸਹੀ ਪਤਾ ਹੀ ਨਹੀਂ ਲੱਗਣਾ। ਪਰ ਕਿੱਦਾਂ ਵੇਖਣਾ? ਕਿ ਜੇ ਆ ਪੌਦਾ ਤੇ ਆ ਸੂਰਜ ਆ ਤੇ ਵਿਚਾਲੇ ਆਪਾਂ ਆਪ ਖੜ ਜਾਣਾ, ਮਤਲਬ ਆਪਦੀ ਬੋਡੀ ਦੀ ਸ਼ੇਡ ਦੇ ਅੰਡਰ ਵੇਖਣਾ ਇਹਨੂੰ। LCC ਨੂੰ ਆਪਾਂ ਪੌਦੇ ਦੇ ਸਭ ਤੋਂ ਉਤਲੇ ਪੱਤੇ ਨਾਲ ਮੈਚ ਕਰਨਾ, ਸਿਰਫ ਇੱਕ ਨਾਲ ਨਹੀਂ 10 ਨਾਲ ਕਰਨਾ। ਤੇ ਜੇ 10 ਵਿੱਚੋਂ ਆਪਾਂ ਨੂੰ ਦਿਸਦਾ ਵੀ 6 ਜਾਂ 6 ਤੋਂ ਵੱਧ ਪੱਤਿਆਂ ਦਾ ਜਿਹੜਾ ਰੰਗ ਆ ਉਹ LCC ਦੇ ਸ਼ੇਡ ਨੰਬਰ 4 ਤੋਂ ਫਿੱਕਾ, ਤਾਂ ਆਪਾਂ 25 ਕਿਲੋ ਯੂਰੀਆ ਠੋਕ ਦਾਂਗੇ, ਠੀਕ ਹੈ। ਪਰ ਆਪਾਂ ਬੇਸਲ ਡੋਜ਼ ਤਾਂ 25 ਕਿਲੋ ਯੂਰੀਆ ਦੀ ਦੇਣੀ ਹੀ ਦੇਣੀ ਆ। ਇਹਨੂੰ ਵਰਤਣਾ ਕਿਵੇਂ? LCC ਨੂੰ ਰੋਜ਼ ਵਰਤਣਾ, ਰੋਜ਼ ਫੀਲਡ 'ਚ ਲੈ ਕੇ ਚਲੇ ਜਾਵਾਂਗੇ? ਨਹੀਂ। ਉਹ ਕਹਿੰਦੇ 7-7 ਦਿਨਾਂ ਦੇ ਇੰਟਰਵਲ ਤੇ ਤੁਸੀਂ ਵੇਂਦੇ ਰਹੋ 14 ਦਿਨਾਂ ਬਾਅਦ ਟ੍ਰਾਂਸਪਲਾਂਟਿੰਗ ਦੇ। ਜਿਵੇਂ ਅੱਜ ਆਪਾਂ ਨੂੰ ਪਨੀਰੀ ਬੀਜੀ ਨੂੰ ਜੇ 14 ਦਿਨ ਹੋ ਗਏ ਤਾਂ ਹੁਣ ਆਪਾਂ LCC ਵਰਤਣਾ ਸ਼ੁਰੂ ਕਰ ਦਾਂਗੇ। ਫਿਰ ਆਪਾਂ ਹਫ਼ਤੇ ਬਾਅਦ LCC ਵਰਤ ਕੇ ਵੇਖਾਂਗੇ ਵੀ ਆਪਣੀ ਜਿਹੜੀ ਪੱਤੇ ਦੀ ਸ਼ੇਡ ਆ ਫਿੱਕੀ ਤਾਂ ਨਹੀਂ ਆਉਂਦੀ 4 ਤੋਂ। ਜੇ ਆਉਂਦੀ ਆ ਤਾਂ ਆਪਾਂ 25 ਕਿਲੋ ਯੂਰੀਆ ਵਰਤਣਾ ਉੱਥੇ ਲਾ ਦਿਆਂਗੇ, ਠੀਕ ਹੈ। ਇੱਥੇ ਇਹਨਾਂ ਨੇ ਦੱਸਿਆ ਵੀ ਜ਼ਿਆਦਾ ਨਾਈਟ੍ਰੋਜਨਸ ਫਰਟੀਲਾਈਜ਼ਰ ਨਾ ਵਰਤੋ, ਉਹਦੇ ਨਾਲ ਬਹੁਤ ਨੁਕਸਾਨ ਹੁੰਦਾ। ਉਹ ਸਟੈਰਿਲਿਟੀ ਵੀ ਕਾਜ਼ ਕਰਦਾ। ਜਿਵੇਂ ਆਪਾਂ ਪਹਿਲਾਂ ਪੜ੍ਹਿਆ ਸੀਗਾ ਵੀ ਜ਼ਿਆਦਾ ਨਾਈਟ੍ਰੋਜਨ ਆ ਜਿਹੜੀ ਉਹ ਇਨਸੈਕਟ ਪੈਸਟ ਤੇ ਡਿਜ਼ੀਜ਼ਸ ਦਾ ਜਿਹੜਾ ਖਤਰਾ ਵਧਾ ਦਿੰਦੀ ਹੈ। ਤੇ ਇੱਥੇ ਇਹਨਾਂ ਨੇ ਹੁਣ ਅਗਲਾ ਪੁਆਇੰਟ ਲਿਖਿਆ ਵੀ ਖਾਸ ਕਰਕੇ ਫਲਾਰਿੰਗ ਤੇ ਜੇ ਆਪਾਂ ਜ਼ਿਆਦਾ ਨਾਈਟ੍ਰੋਜਨ ਵਰਤਤੀ ਨਾ ਉਹ ਸਟੈਰਿਲਿਟੀ ਕਾਜ਼ ਕਰੂਗੀ, ਮਤਲਬ ਬੀ ਘੱਟ ਬਣਨਗੇ ਪੌਦੇ ਦੇ ਵਿੱਚ। ਅੱਗੇ ਗੱਲ ਕਰੀਏ ਜ਼ਿੰਕ ਡੈਫੀਸ਼ੀਐਂਸੀ ਦੀ। ਜ਼ਿੰਕ ਨੂੰ ਆਪਾਂ ਸੋਇਲ ਐਪਲੀਕੇਸ਼ਨ ਕਰਨੀ ਹੈ ਇਸ ਕੇਸ ਦੇ ਵਿੱਚ, ਪੈਡੀ ਦੇ ਵਿੱਚ, ਤੇ ਆਇਰਨ ਦੀ ਆਪਾਂ ਸਪਰੇਅ ਕਰਨੀ ਆ, ਹਨਾ। ਜ਼ਿੰਕ ਤੇ ਆਇਰਨ ਦੀ ਡੈਫੀਸ਼ੀਐਂਸੀ ਇਹਦੇ 'ਚ ਹੁੰਦੀ ਹੈ ਜਿਵੇਂ, ਹਨਾ। 2 ਤੋਂ 3 ਹਫ਼ਤੇ ਦੇ ਵਿੱਚ ਹੀ ਇਹਦੇ ਨਾ ਜ਼ਿੰਕ ਡੈਫੀਸ਼ੀਐਂਸੀ ਦੇ ਸਿੰਪਟਮਸ ਆ ਜਾਂਦੇ ਆ। ਕਿੱਦਾਂ? ਉਹ ਸਿੰਪਟਮ ਕੀ ਹੋਊਗਾ ਵੀ ਜਿਹੜੇ ਲੋਅਰ ਲੀਵਸ ਆ, ਮਤਲਬ ਪੁਰਾਣੇ ਪੱਤੇ ਆ ਜਿਹੜੇ, ਉਹਨਾਂ ਤੇ ਕਹਿੰਦੇ ਰਸਟੀ ਬਰਾਊਨ ਅਪੀਅਰੈਂਸ ਹੋਊਗੀ ਬੇਸ ਦੇ ਉੱਤੇ। ਵੀ ਜੇ ਆ ਪੱਤਾ, ਠੀਕ ਆ, ਇਹਦੇ ਥੱਲੇ ਇੱਥੇ ਰਸਟੀ ਬਰਾਊਨ ਜਿਹਾ ਧੱਬਾ ਹੋਊਗਾ। ਇਹਦੇ ਤੋਂ ਆਪਾਂ ਨੂੰ ਪਤਾ ਲੱਗ ਜੂਗਾ ਵੀ ਜ਼ਿੰਕ ਦੀ ਡੈਫੀਸ਼ੀਐਂਸੀ ਵੀ ਆ ਗਈ। ਨਾਲ ਹੀ ਪਲਾਂਟਸ ਆ ਜਿਹੜੇ ਮਧਰੇ ਵੀ ਰਹਿਣੇ ਸ਼ੁਰੂ ਹੋ ਜਾਣਗੇ ਤੇ ਉਹਨਾਂ ਦੇ ਟਿਲਰਸ ਬਣਦੇ ਆ ਜਿਹੜੇ, ਉਹ ਵੀ ਘੱਟ ਬਣਨਗੇ, ਠੀਕ ਹੈ। ਇਸ ਕੇਸ 'ਚ ਆਪਾਂ ਕੀ ਕਰਨਾ ਵੀ 25 ਕਿਲੋ ਜ਼ਿੰਕ ਸਲਫੇਟ ਹੈਪਟਾਹਾਈਡਰੇਟ ਜਾਂ 16 ਕਿਲੋ ਜ਼ਿੰਕ ਸਲਫੇਟ ਮੋਨੋਹਾਈਡਰੇਟ ਵਰਤਣਾ। ਕਦੋਂ ਵਰਤਣਾ? ਪਡਲਿੰਗ ਵੇਲੇ। ਪੁਰਾਣਾ ਜਿਹੜਾ ਆਪਣਾ ਪਿਛਲਾ ਕ੍ਰੌਪ ਆ, ਪ੍ਰੀਵੀਅਸ ਕ੍ਰੌਪ ਆ ਜਿਹੜਾ, ਉਹਦੇ ਵਿੱਚ ਜੇ ਆਪਾਂ ਨੂੰ ਡੈਫੀਸ਼ੀਐਂਸੀ ਵੇਖਣ ਨੂੰ ਮਿਲੀ ਸੀਗੀ ਜ਼ਿੰਕ ਦੀ ਤਾਂ ਆਪਾਂ ਇਹਨੂੰ ਪਡਲਿੰਗ ਵੇਲੇ ਹੀ ਵਰਤ ਦੇਣਾ। ਤੇ ਜੇ ਆਪਾਂ ਨੂੰ ਬਾਅਦ 'ਚ ਡੈਫੀਸ਼ੀਐਂਸੀ ਵੇਖਣ ਨੂੰ ਮਿਲਦੀ ਹੈ ਫਿਰ ਜਿੰਨੀ ਛੇਤੀ ਹੋ ਸਕੇ ਉਨੀ ਛੇਤੀ ਵਰਤਣਾ ਆਪਾਂ।
ਉਹ ਕਹਿੰਦੇ ਵੀ ਜੇ ਮਿੱਟੀ ਬਾਲੀ ਮਾੜੀ ਆ, ਹਾਈਲੀ ਡਿਟੀਰੀਏਟਡ ਸੋਇਲਸ ਹੈਗੇ ਆ, ਤਾਂ ਇਹ ਜ਼ਿੰਕ ਡੈਫੀਸ਼ੀਐਂਸੀ ਸਿੰਪਟਮਸ ਆ ਜਿਹੜੇ ਪੈਚਸ ਦੇ ਵਿੱਚ ਆਉਣਗੇ। ਤੇ ਜੇ ਆਪਾਂ ਇਵਨ ਆਪਾਂ 25 ਕਿਲੋ ਜਾਂ 16 ਕਿਲੋ ਜ਼ਿੰਕ ਸਲਫੇਟ ਵਰਤ ਵੀ ਚੁੱਕੇ ਆ ਹਨਾ, ਫਿਰ ਵੀ ਆ ਜਾਣਗੇ ਇਹ ਸਿੰਪਟਮਸ। ਫਿਰ ਆਪਾਂ ਕੀ ਕਰਨਾ, ਫਿਰ ਆਪਾਂ 10 ਕਿਲੋ ਜ਼ਿੰਕ ਸਲਫੇਟ ਹੈਪਟਾਹਾਈਡਰੇਟ ਜਾਂ 6.5 ਕਿਲੋ ਮੋਨੋਹਾਈਡਰੇਟ ਡਰਾਈ ਸੋਇਲ ਨਾਲ ਮਿਕਸ ਕਰਕੇ ਬਰਾਬਰ ਮਾਤਰਾ 'ਚ, ਵੀ ਜੇ 10 ਆ ਜ਼ਿੰਕ ਸਲਫੇਟ ਹੈਪਟਾ ਤਾਂ 10 ਕਿਲੋ ਹੀ ਡਰਾਈ ਸੋਇਲ, ਤੇ ਜੇ 6.5 ਤਾਂ 6.5 ਕਿਲੋ ਇਹਨਾਂ ਨੂੰ ਮਿਕਸ ਕਰਕੇ ਆਪਾਂ ਪੈਚਸ ਜਿੱਥੇ ਜਿੱਥੇ ਵੀ ਆਪਾਂ ਨੂੰ ਲੱਗਦੇ ਆ ਵੀ ਜ਼ਿੰਕ ਡੈਫੀਸ਼ੀਐਂਸੀ ਦੇ ਪੈਚਸ ਬਣੇ ਆ, ਉੱਥੇ ਉੱਥੇ ਆਪਾਂ ਇਹਨਾਂ ਨੂੰ ਲਾ ਦੇਣਾ। ਸੋਇਲ ਐਪਲੀਕੇਸ਼ਨ ਹੋਊਗੀ ਇਸ ਕੇਸ 'ਚ ਵੀ। ਅੱਗੇ ਗੱਲ ਕਰੀਏ ਆਇਰਨ ਡੈਫੀਸ਼ੀਐਂਸੀ ਦੀ, ਤਾਂ ਆਇਰਨ ਡੈਫੀਸ਼ੀਐਂਸੀ ਨੂੰ ਆਪਾਂ ਸਪਰੇ ਕਰਕੇ ਕੰਟਰੋਲ ਕਰਦੇ ਆ। ਇਹਦੇ ਵਿੱਚ ਕੀ ਸਿੰਪਟਮ ਹੋਊਗਾ ਵੀ ਨਵੇਂ ਪੱਤੇ ਆ ਜਿਹੜੇ, ਯੰਗੈਸਟ ਲੀਵਸ ਆ ਜਿਹੜੇ, ਉਹ ਪੀਲੇ ਆਉਣਗੇ, ਕਲੋਰੋਸਿਸ ਹੋਊਗਾ ਉਹਨਾਂ ਦਾ। ਤੇ ਇਹ 3 ਹਫ਼ਤੇ ਟ੍ਰਾਂਸਪਲਾਂਟਿੰਗ ਤੱਕ ਆਪਾਂ ਨੂੰ ਇਹ ਸਿੰਪਟਮ ਦਿਸ ਜੂਗਾ। ਉਦਾਂ ਹੀ ਜਿੱਦਾਂ ਜ਼ਿੰਕ ਦਾ ਵੀ 2-3 ਹਫ਼ਤੇ ਤੱਕ ਦਿਸਦੇ ਆ, ਤੇ ਆਇਰਨ ਦੇ ਵੀ 3 ਹਫ਼ਤਿਆਂ ਤੱਕ ਐਗਜ਼ੈਕਟ ਆਪਾਂ ਨੂੰ ਆਇਰਨ ਡੈਫੀਸ਼ੀਐਂਸੀ ਪੌਦੇ ਜਿਹੜੇ ਹੈਗੇ ਤਾਂ ਦਿਸ ਜਾਂਦੀ ਹੈ। ਉਹ ਕਹਿੰਦੇ ਵੀ ਜੇ ਆਪਾਂ ਨਾ ਵਰਤੀਏ ਸਪਰੇ ਇੱਥੇ ਫੈਰਸ ਸਲਫੇਟ ਦੀ ਤਾਂ ਪੌਦੇ ਮਰ ਜਾਂਦੇ ਆ ਤੇ ਕ੍ਰੌਪ ਕੰਪਲੀਟਲੀ ਫੇਲ ਹੋ ਜਾਂਦਾ। ਤੇ ਫਿਰ ਆਪਾਂ 3 ਸਪਰੇਜ਼ ਵਰਤਣੀਆਂ ਇਹਦੀਆਂ, 2 ਤੋਂ 3 ਸਪਰੇਜ਼। ਕਦੋਂ ਤੋਂ ਸਟਾਰਟ ਹੋ ਕੇ, ਜਦੋਂ ਤੋਂ ਆਪਾਂ ਨੂੰ ਕਲੋਰੋਸਿਸ ਦਿਸਿਆ, ਪੱਤੇ ਪੀਲੇ ਪੈਣੇ ਸ਼ੁਰੂ ਹੋਏ ਜਦੋਂ ਤੋਂ, ਉਦੋਂ ਤੋਂ ਲੈ ਕੇ ਆਪਾਂ 2-3 ਸਪਰੇਆਂ ਕਰਨੀਆਂ ਤੇ ਹਫ਼ਤੇ ਦੇ ਇੰਟਰਵਲ ਤੇ ਕਰਨੀਆਂ। ਠੀਕ ਹੈ, ਕਿੰਨੀ ਮਾਤਰਾ 'ਚ ਕਰਨੀਆਂ, ਕੰਸੈਂਟਰੇਸ਼ਨ ਕਿੰਨੀ ਹੋਊਗੀ, 1 ਕਿਲੋ ਹੋਊਗਾ ਫੈਰਸ ਸਲਫੇਟ 100 ਲੀਟਰ ਪਾਣੀ ਦੇ ਵਿੱਚ, ਮਤਲਬ 1% ਹੋ ਗਿਆ ਹੈ ਨਾ, 1 kg in 100 ਲੀਟਰ ਵਾਟਰ। ਇਸ ਵੀਡੀਓ ਲਈ ਇੰਨਾ ਹੀ। ਆਸ ਕਰਦੀ ਹਾਂ ਕਿ ਜਿੰਨਾ ਆਪਾਂ ਕੀਤਾ ਇਹ ਤੁਹਾਨੂੰ ਚੰਗੀ ਤਰ੍ਹਾਂ ਯਾਦ ਹੋ ਗਿਆ ਹੋਊਗਾ, ਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਜਮਾਂ ਨਾ ਭੁੱਲਿਓ। ਸਿਰਫ ਆਪਦੇ ਤੱਕ ਨਾ ਰੱਖਿਓ, ਸ਼ੇਅਰ ਕਰ ਦਿਓ ਤਾਂ ਕਿ ਕਿਸੇ ਹੋਰ ਦਾ ਵੀ ਭਲਾ ਹੋ ਸਕੇ। ਸੋ ਸਬਸਕ੍ਰਾਈਬ, ਸ਼ੇਅਰ ਤੇ ਕਮੈਂਟ ਵੀ, ਜੋ ਵੀ ਤੁਹਾਨੂੰ ਕੋਈ ਦੁੱਖ ਤਕਲੀਫ ਹੈਗੀ ਆ ਖੇਤੀਬਾੜੀ ਨਾਲ ਸੰਬੰਧਿਤ, ਉਹ ਤੁਸੀਂ ਕਮੈਂਟਸ ਦੇ ਵਿੱਚ ਜ਼ਰੂਰ ਲਿਖ ਦਿਓ, ਤਾਂ ਕਿ ਜੇ ਤੁਹਾਨੂੰ ਕੋਈ ਚੀਜ਼ ਨਹੀਂ ਸਮਝ ਆ ਰਹੀ ਤਾਂ ਆਪਾਂ ਉਹ ਪੜ੍ਹਾ ਸਕੀਏ। ਆਪ ਜੀ ਦਾ ਬਹੁਤ ਬਹੁਤ ਧੰਨਵਾਦ।